ਦਸਦਾ ਮਨ ਦਾ ਫਿਰ ਆਪਣੇ ਵਿਚਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋਇਓ ਨ ਕੋਇ। ਸਤਿਗੁਰੂ ਕਹਿੰਦੇ ਐ ਸੰਸਾਰ ਨੇ ਕਹਿ ਲਓ ਜਾਂ ਮਨੁੱਖ ਨੇ ਕਹਿ ਲਓ ਕਿ ਬਹੁਤ ਜਤਨ ਸੁਖ ਦੇ ਕੀਤੀ ਹੈ। ਦੁੱਖ ਕੋ ਕੀਓ ਨਾ ਕੋਈ, ਮੈਨੂੰ ਦੁੱਖ ਦੀ ਪ੍ਰਾਪਤ ਹੋ ਜਾਏ ਕੋਈ ਯਤਨ ਕੀਤਾ ਗਿਆ। ਸਾਰੇ ਸੁੱਖਾਂ ਦੀ ਯਤਨ ਕਰਦੇ ਹੈ, ਕੋਈ ਉਚਾਟ ਨਹੀਂ ਇਨਸਾਨ ਹੈ। ਤਾਂ ਅਸੀਂ ਕਹਿ ਸਕਦੇ ਸੰਸਾਰ ਵਿੱਚ ਜਿੰਨੀ ਕੀ ਭੱਜ ਦੌੜ ਹੈ ਜਾਂ ਜਿੰਨੇ ਧਾਰਮਿਕ ਕਰਮ ਕਰਦੇ ਵੀ ਸਾਨੂੰ ਨਜ਼ਰ ਆਉਂਦੇ ਹੈ। ਗੁਰੂ ਘਰਾਂ 'ਚ ਹਾਜ਼ਰੀਆਂ ਭਰਨ ਵਾਲੇ, ਮੰਦਰਾਂ 'ਚ ਮਸੀਤਾਂ 'ਚ ਹਾਜ਼ਰੀ ਪਾਉਣ ਵਾਲੇ, ਜਾਂ ਪੈਸੇ ਦੀ ਭੱਜ ਦੌੜ 'ਚ ਵਿਦੇਸ਼ ਚਲੇ ਗਏ, ਇੱਥੇ ਤਿੰਨ ਚਾਰ ਕਾਰੋਬਾਰ ਨੇ, ਕਾਹਦੀ ਦੌੜ ਭੱਜ ਵੀ ਸੁੱਖ ਪ੍ਰਾਪਤ ਹੋ। ਜਤਨ ਸਾਡਾ ਇਹੀ ਹੈ ਵੀ ਆਉਣ ਵਾਲੇ ਜੀਵਨ 'ਚ ਮੈਨੂੰ ਸੁੱਖ ਪ੍ਰਾਪਤ ਹੋ। ਹਰੇਕ ਮਨੁੱਖੀ ਚਾਹੁੰਦਾ ਹੈ। ਮਨ ਕਹਿੰਦੇ ਬਹੁਤ ਜਤਨ। ਹੁਣ ਹਰੇਕ ਬੰਦਾ ਸੋਚਦਾ 4 ਰੁਪਈਏ ਇਕੱਠੇ ਹੋਣ ਤੇ ਆਉਣ ਵਾਲੇ ਸਮੇਂ 'ਚ ਪੈਸੇ ਦਾ ਰੁਪਈਆ ਦਾ ਹੀ ਸੁੱਖ ਮਿਲੇਗਾ। ਬੰਦਾ ਸੋਚਦਾ ਹੈ। ਅੱਜ ਭੱਜ ਦੌੜ ਵੀ 4 ਰੁਪਈਏ ਇਕੱਠੇ, ਜਦ ਕੁਝ ਵੀ ਕਰ ਰਹੇ ਹੈ ਕਾਰਨ ਕਿਸੇ ਕਰਨ ਦਾ ਹੀ ਹੈ ਵੀ ਚਲੋ ਸੁਖੀ ਹੋਵਾਂਗੇ। ਅੱਜ ਮਿਹਨਤ ਕਰੂੰਗਾ ਚਲੋ ਸੁਖੀ ਯਤਨ ਸਾਰੇ ਨੇ। ਅਸਲ ਦੇ ਅੰਦਰ ਜਿਹੜੀ ਨਾ ਇਹ ਸੁੱਖ ਦੁੱਖ ਇੱਕ ਵਸਤਾ ਹੈ, ਪਾਰਟੀ ਵਸਤਾ ਹੈ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਕਰਦੇ ਹੋ। ਦੁੱਖ ਦਾ ਯਤਨ ਕਿਸੇ ਨੇ ਵੀ ਕੀਤਾ, ਦੁੱਖ ਆਇਆ ਹੈ। ਸੁੱਖ ਸਾਰੇ ਮੰਗਦੇ, ਸਾਰੇ ਸੁਖੀ ਥੋੜੀ ਹੈ। ਸੁੱਖ ਇੱਕ ਮਨ ਦੀ ਅਵਸਥਾ ਹੈ। ਮੰਨ ਲਓ ਵੀ ਕਿਸੇ ਨੂੰ ਬਹੁਤ ਭੁੱਖ ਲੱਗੀ, ਉਹ ਘਰੇ ਆਉਂਦੇ ਪ੍ਰਸ਼ਾਦਾ ਮੰਗਦਾ, ਮੈਨੂੰ ਬੜੀ ਭੁੱਖ ਲੱਗੀ ਹੈ, ਪ੍ਰਸ਼ਾਦਾ ਲਿਆਓ। ਤੇ ਉਹ ਘਰ ਵਾਲੇ ਕਹਿੰਦੇ ਨਹੀਂ ਪ੍ਰਸ਼ਾਦਾ ਬੜਾ ਵਧੀਆ ਤਿਆਰ ਕਰਕੇ ਹੁੰਦਾ ਤੁਹਾਡੇ ਵਾਸਤੇ। ਉਹ ਪ੍ਰਸ਼ਾਦਾ ਉਸ ਕੇ ਥਾਲੇ 'ਚ ਰੱਖ ਦਿੱਤਾ ਜਾਂਦਾ ਹੈ। ਉਹ ਗਲਾਈ ਵੀ ਟੁੱਟ ਜਾਂਦੀ ਹੈ, ਮੂੰਹ 'ਚ ਪਾਉਣ ਲੱਗਦਾ ਭੁੱਖ। ਇੱਕ ਫੋਨ ਆ ਜਾਂਦਾ ਹੈ ਵੀ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਐਕਸੀਡੈਂਟ ਹੋ ਗਿਆ, ਦੱਸੋ ਜੀ ਉਹ ਪ੍ਰਸ਼ਾਦੇ ਤੋਂ ਰਸ ਰਹੇਗਾ? ਨਹੀਂ ਆਏਗਾ। ਮਨ ਬਦਲ ਗਿਆ। ਪਹਿਲਾਂ ਰਸ ਲੈਣ ਦੀ ਇੱਛਾ ਸੀ, ਹੁਣ ਉਹ ਰਸ ਹੈ ਪ੍ਰਸ਼ਾਦੇ ਦੇ ਅੰਦਰ। ਪ੍ਰਸ਼ਾਦਾ ਤੇ ਬਹੁਤ ਸੋਹਣਾ ਤਿਆਰ ਹੈ, ਹੁਣ ਕੋਈ ਖਾਏਗਾ ਹੀ ਨਹੀਂ। ਅਚਾਨਕ ਫੋਨ ਆ ਗਿਆ, ਉਹ ਅੰਦਰ ਇਹੋ ਜਿਹਾ ਬਦਲਿਆ, ਉਹ ਪ੍ਰਸ਼ਾਦਾ ਵੀ ਖਾ ਭੁੱਖ ਬਹੁਤ ਸੀ, ਮੰਗੇ ਆਣ ਕੇ ਪ੍ਰਸ਼ਾਦਾ। ਹੁਣ ਅਸਲ ਦੇ ਵਿੱਚ ਨਾ ਅਸੀਂ ਸੰਸਾਰ 'ਚ ਰਹਿੰਦੇ ਹਾਂ। ਇੱਕ ਅਵਸਥਾ ਬਣਾਉਣੀ ਪਏਗੀ ਜਿੱਥੇ ਦੁੱਖ ਵੀ ਨਹੀਂ ਹੈ, ਸੁੱਖ ਵੀ ਨਹੀਂ ਹੈ। ਨਹੀਂ ਤੇ ਮਾਰੇ ਨਹੀਂ ਤੇ ਬਚਨ ਕਹੇ ਨਾ ਵੀ ਜਤਨ ਬਹੁਤ ਸੁੱਖ ਕੇ ਕੀਏ। ਇੱਕ ਸ਼ਬਦ ਬੋਲੇ ਮਾਰੇ ਕਹਿੰਦੇ ਨਾਨਕ ਬੋਲਣ ਝਖਣਾ। ਕਹਿੰਦੇ ਬਹੁਤਾ ਬੋਲਣਾ ਨਾ ਝੱਕ ਮਾਰਨੀ। ਬਹੁਤਾ ਬੋਲਣਾ ਝੱਕ ਮਾਰਦਾ ਤਾਂ ਅਰਥ ਪਤਾ ਕੀ ਹੈ ਵੀ ਕਈ ਵਾਰੀ ਬੰਦਾ ਦੁਖੀ ਹੋਵੇ ਨਾ, ਵਿਲਕਦਾ, ਤੜਫਦਾ, ਰੋਂਦਾ, ਉਹ ਕਈ ਵਾਰੀ ਲੱਭਦੇ ਨਹੀਂ ਦਿੰਦੇ, ਮਨ 'ਚ ਕਹਿੰਦੇ ਝੱਕ ਮਾਰ ਰਿਹਾ। ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਏ ਸੁੱਖ। ਦੁੱਖ ਦੇ ਕਿਸੇ ਨੇ ਮੰਗੇ ਨਹੀਂ, ਜਦ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀ ਉਹਨਾਂ ਕੋਏ। ਦੁੱਖ ਛੱਡ ਸੁੱਖ ਛੱਡ, ਦੁੱਖ ਛੱਡ ਮੰਗੀਏ ਸੁੱਖ। ਦੁੱਖ ਛੱਡਣਾ ਚਾਹੁੰਦੇ ਆ ਵੀ ਜਿਹੜੇ ਜੀਵਨ ਤੋਂ ਖਤਮ ਹੋ ਜਾਣ ਤੇ ਸੁੱਖ ਮੰਗਦੇ ਆ। ਤੇ ਮਹਾਰਾਜ ਨੇ ਬਚਨ ਕਹੇ ਸੁੱਖ ਦੁੱਖ ਦੋਏ ਦਾਲ ਕੱਪੜੇ ਪਹਿਨੇ ਜਾਏ ਮਨੁੱਖ। ਇਹ ਕੱਪੜਿਆਂ ਦੀ ਤਰ੍ਹਾਂ ਸੁੱਖ ਤੇ ਦੁੱਖ ਪਹਿਨ ਕੇ ਮਨੁੱਖ। ਦਾਸ ਨੇ ਪਹਿਲਾਂ ਬੇਨਤੀ ਕੀਤੀ ਇੱਕ ਅਵਸਥਾ ਹੈ ਮਨ ਦੀ ਦੁੱਖ ਸੁੱਖ। ਜੇ ਮਨ ਨੇ ਮੰਨ ਲਿਆ ਤੇ ਬਹੁਤ ਵੱਡਾ ਦੁੱਖ ਹੈ, ਨਹੀਂ ਮੰਨਿਆ ਤੇ ਦੁੱਖ ਵੀ ਨਹੀਂ ਹੈ।
ਕਿਸੇ ਵਾਸਤੇ ਗਰਮੀ 'ਚ ਤਾਂ ਕੋਈ ਬੰਦਾ ਕਲਪ ਜਾਂਦਾ ਹੈ ਕਿ ਗਰਮੀ ਕਿਉਂ ਆ ਗਈ। ਕਈ ਗਰਮੀ 'ਚ ਬੜੇ ਖੁਸ਼ ਹੁੰਦੇ ਜਿਨ੍ਹਾਂ ਦਾ ਸਰੀਰ ਉਹੋ ਜਿਹਾ ਗਰਮੀ ਝੱਲ ਸਕਦਾ ਹੈ, ਉਹਨਾਂ ਵਾਸਤੇ ਗਰਮੀ ਦੁੱਖ ਨਹੀਂ ਹੈ। ਜਿਹੜਾ ਨਹੀਂ ਝੱਲ ਸਕਦਾ ਉਹਦੇ ਵਾਸਤੇ ਗਰਮੀ ਵੀ ਦੁੱਖ ਹੈ। ਆਪਾਂ ਗਰਮੀ ਸਰਦੀ 'ਚ ਸੁਖੀ ਦੁਖੀ ਹੋ ਜਾਂਦੇ ਹਾਂ, ਬਹੁਤੀ ਠੰਡ ਹੈ ਤਾਂ ਵੀ ਦੁੱਖ ਦੁਖੀ ਗਰਮੀ। ਕਈਆਂ ਦੇ ਸਰੀਰ ਜਿਹੜੇ ਸਭ ਪੁਰਾਤਨ ਸਮੇਂ ਬਦਗੀ ਕਰਦੇ ਸਨ, ਉਹ ਪਿੰਡੇ ਦੇ ਕੱਪੜਾ ਨਹੀਂ ਸੀ ਪਾਉਂਦੇ, ਉਹ ਗਰਮੀ 'ਚ ਤੇ ਸਰਦੀ 'ਚ ਇੱਕੋ ਜਿਹੇ ਰਹਿੰਦੇ ਸਨ। ਉਹਨਾਂ ਵਾਸਤੇ ਸਰਦੀ ਗਰਮੀ ਕੋਈ ਦੁੱਖ ਨਹੀਂ, ਕਿਉਂਕਿ ਉਹਨਾਂ ਨੇ ਸਾਧ ਲਿਆ ਆਪਣੇ ਆਪ ਨੂੰ, ਸਰੀਰ ਨੂੰ ਸਾਧ ਲਿਆ। ਜਿਸ ਦਿਨ ਅਸੀਂ ਮਨ ਸਾਧ ਲਾਂਗੇ ਉਹ ਦਿਨ ਸਾਡੇ ਵਾਸਤੇ ਵੀ ਕੋਈ ਸੁੱਖ ਦੁੱਖ ਨਹੀਂ ਰਹੇਗਾ। ਉਹ ਦਿਨ ਅਵਸਥਾ ਉਹ ਬਣ ਜਾਏਗੀ, ਨਾ ਇੱਥੇ ਦੁੱਖ ਹੈ ਨਾ ਇੱਥੇ ਸੁੱਖ ਹੈ। ਸਾਰਾ ਸੰਸਾਰ ਸੁੱਖ ਮੰਗਦਾ ਹੈ, ਫਿਰ ਵੀ ਦੁਖੀ ਹੈ। ਤੇ ਮਹਾਰਾਜ ਕਹਿੰਦੇ ਬਖਸ਼ਿਸ਼ ਉਦਨ ਵਰਤਨੀ ਹੈ ਜਿਵੇਂ ਸੁੱਖ ਦੁੱਖ ਦੋਏ ਦਾਗ ਕੱਪੜੇ। ਮਨੁੱਖ ਨੂੰ ਸਮਝ ਆ ਗਈ ਵੀ ਕੱਪੜਿਆਂ ਦੀ ਤਰ੍ਹਾਂ ਇੱਕ ਕੱਪੜਾ ਅਸੀਂ ਸਦਾ ਨਹੀਂ ਪਾ ਕੇ ਰੱਖਦੇ। ਦਾਸ ਨੇ ਸ਼ਾਇਦ ਕੱਲ੍ਹ ਵੀ ਬੇਨਤੀ ਕੀਤੀ ਸੀ, ਦੋ ਤਰੀਕਿਆਂ ਨਾਲ ਮਨੁੱਖ ਜੁੜਦਾ ਹੈ ਰੱਬ ਨਾਲ, ਜਾਂ ਤੇ ਵਿਰਾਗ ਪੈਦਾ ਹੋ ਜਾਏ ਜਾਂ ਫਿਰ ਸੰਸਾਰ ਵੱਲੋਂ ਕੋਈ ਠੋਕਰ ਵੱਜੇ। ਮਹਾਰਾਜ ਨੇ ਇਸੇ ਨੂੰ ਕਿਹਾ ਦੁੱਖ ਲਾਭ ਸੁੱਖ ਰੋਗ। ਸੁੱਖ ਰੋਗ ਬਣ ਕੇ ਮੰਗੇ ਸੁੱਖ ਸੀ, ਰੋਗ ਵੀ ਸੁੱਖ ਹੀ ਬਣੇ ਆ। ਦੁੱਖ ਮੰਗਿਆ ਤੇ ਦੁੱਖ ਆਇਆ, ਉਹ ਦੁੱਖ ਕਈ ਵਾਰੀ ਦਾਰੂ ਬਣ ਜਾਂਦਾ ਹੈ। ਜਿਹੜੇ ਬਹੁਤੇ ਬੰਦੇ ਜੁੜੇ ਨੇ ਨਾ ਪੁਰਾਤਨ ਮਹਾਂਪੁਰਸ਼ਾਂ ਦੀ ਗੱਲ ਕਰ ਲਓ, ਅੱਜ ਵੀ ਕੋਈ ਜੁੜਿਆ ਕੋਈ ਕਿਸੇ ਦਾ ਮਹਾਂਪੁਰਸ਼ ਨੂੰ ਆਪ ਸਾਥ ਦੇਖ ਲਓ, ਉਹ ਕਿਸੇ ਨਾ ਕਿਸੇ ਦੁੱਖ ਕਰਕੇ ਜੁੜਿਆ ਹੈ ਰੱਬ ਦੇ ਗੁਰੂ ਨਾਲ। ਇੱਕ ਨਾ ਰਾਜਾ ਸੀ, ਉਹ ਫਕੀਰ ਨਾਲ ਉਹਦੀ ਮਿੱਤਰਤਾ ਹੈ। ਚਲੋ ਮੇਰੀ ਕੋਸ਼ਿਸ਼ ਦੀ ਗੱਲ ਵਧੀਆ ਤਰੀਕੇ ਨਾਲ ਸਮਝ ਆ ਜਾਏ। ਉਹ ਰਾਜੇ ਨੇ ਫਕੀਰ ਨੂੰ ਸਵਾਲ ਕੀਤਾ, ਕਹਿੰਦਾ ਜੀ ਜੇ ਰੱਬ ਨੇ ਸਭ ਕੁਝ ਬਣਾਇਆ ਫਿਰ ਦੁੱਖ ਕਿਉਂ ਬਣਾਏ? ਦੁੱਖ ਨਹੀਂ ਸੀ ਦੁੱਖ ਦੇ ਜੀਵਨ ਹੋਣੇ ਚਾਹੀਦੇ। ਫਕੀਰ ਕਹਿੰਦੇ ਚਲੋ ਕੋਈ ਨਹੀਂ, ਇਸ ਵਿਸ਼ੇ ਦੇ ਨਾਲ ਆਪਾਂ ਫਿਰ ਗੱਲ ਕਰਾਂਗੇ। ਉਹ ਕੁਦਰਤੀ ਦਾ ਰਾਜੇ ਨੇ ਬੜਾ ਵੱਡਾ ਮਹਿਲ ਪਾਇਆ ਸੀ ਤੇ ਤਿਆਰ ਨਹੀਂ ਹੋਇਆ, ਮਹਿਲ ਤੇ ਤਿਆਰ ਹੋ ਰਿਹਾ ਸੀ। ਉਹ ਕੁਦਰਤੀ ਉਹ ਫਕੀਰ ਕੋਲ ਦੀ ਲੰਘਦਾ ਰਾਜੇ ਨੇ ਆਵਾਜ਼ ਮਾਰਦੀ, ਫਕੀਰ ਜੀ ਮਹਿਲ ਪਾ ਲਿਆ ਵੇਖੋ। ਕਹਿੰਦੇ ਜੀ ਦਿਖਾਓ। ਹੁਣ ਰਾਜਾ ਨੂੰ ਮਹਿਲ ਸ਼ਹਿਰ ਇਸ ਕਰਕੇ ਪਾ ਲਿਆ ਵੀ ਇਸ ਮਹਿਲ 'ਚ ਸੁੱਖ ਮਿਲੇਗਾ। ਸੁੱਖ ਮਹਿਲ 'ਚ ਨਹੀਂ ਹੈ, ਸੁੱਖ ਅੰਦਰ ਦੀ ਅਵਸਥਾ ਹੈ। ਕਈ ਮਹਿਲਾਂ 'ਚ ਪਏ ਵੀ ਕਲਪੇ ਤੁਹਾਨੂੰ ਨਜ਼ਰ ਆਉਣਗੇ, ਕਈਆਂ ਉੱਪਰ ਲੈਣ ਦੀ ਚਾਦਰ ਨਹੀਂ, ਉਹ ਵੀ ਬੜੇ ਆਨੰਦ 'ਚ ਪਏ ਹੋਏ ਨੇ। ਮਹਿਲਾਂ ਵਾਲੇ ਕਲਪੇ ਨਜ਼ਰ ਆਉਣਗੇ, ਜਿਨ੍ਹਾਂ ਦੇ ਕੋਲ ਬਹੁਤਾ ਖਾਣ ਦੀ ਵੀ ਨਹੀਂ ਹੈ, ਕੱਪੜੇ ਵੀ ਬਹੁਤੇ ਚੰਗੇ ਪਹਿਨਣ ਦੀ ਨਹੀਂ, ਉਹ ਤੁਹਾਨੂੰ ਆਨੰਦ 'ਚ ਨਜ਼ਰ ਆਉਣਗੇ। ਉਹ ਕਹਿੰਦੇ ਚੜ੍ਹਦੀ ਕਲਾ ਹੈ। ਬਗਲੇ ਵਾਲੇ ਨੂੰ ਪੁੱਛੋ, ਕਹਿੰਦੇ ਸਾਡੇ ਕੋਲ ਤੁਸੀਂ ਕੋਈ ਨਹੀਂ। ਉਹ ਫਕੀਰ ਘਰੇ ਆ ਗਿਆ ਤੇ ਉਹ ਕਹਿੰਦਾ ਆਓ ਤੁਹਾਨੂੰ ਵਿਖਾਵਾਂਗੇ। ਕਹਿੰਦੀ ਨੇ ਵੀ ਕਿਤੇ ਨਾ ਕਿਤੇ ਬੰਦਾ ਆਪਣੀ ਹੋਵੇ ਦਾ ਘਟਾਵਾ ਕਰ ਰਿਹਾ ਹੁੰਦਾ, ਕਿਸੇ ਦੇ ਘਰੇ ਜਾਈਏ ਤੇ ਉਹ ਖਾ ਕੇ ਤੁਹਾਨੂੰ ਵਿਖਾਏ ਵੀ। ਉਹ ਕਿਤੇ ਨਾ ਕਿਤੇ ਉਹ ਵੀ ਸਾਡੇ ਨਾਲ ਦੇਖੀ, ਚਲੋ ਅਸੀਂ ਵਿਖਾਈਏ ਕਿਸੇ ਨੂੰ ਵੀ ਸਾਡੇ ਕੋਲ ਕੀ ਕੁਝ ਹੈ। ਚਲੋ ਚੰਗੀ ਗੱਲ ਨਹੀਂ, ਕਿਸੇ ਨੂੰ ਸਹੂਲਤਾਂ ਵਾਹਿਗੁਰੂ ਨੇ ਦਿੱਤੀਆਂ, ਪਰ ਉਹ ਮਹਾਰਾਜ ਕਹਿੰਦੇ ਮੈਂ ਸਭ ਤੋਂ ਵੱਡਾ ਕਾਰਨ ਦੁੱਖ ਦਾ ਹੋਵੇ ਹੈ। ਉਹ ਫਕੀਰ ਕਹਿੰਦਾ ਜੀ ਆਓ ਕਰਾਓ। ਉਹ ਗੇੜੇ ਕਢਾਉਂਦਾ ਨਾ ਛੱਤ ਤੇ ਲੈ ਗਿਆ। ਉਹ ਫਕੀਰ ਨੂੰ ਬੰਗਲੇ ਦੀ ਛੱਤ ਤੇ ਤਿਆਰ ਨਹੀਂ ਸੀ ਹੋਇਆ, ਥੱਲੇ ਮਜ਼ਦੂਰ ਮਿਸਤਰੀ ਲੱਗੇ ਹੋਏ ਹਨ। ਉਹ ਫਕੀਰ ਨੂੰ ਚੇਤੇ ਆਇਆ ਵੀ ਇਹਨੇ ਸਵਾਲ ਕੀਤਾ ਸੀ ਦੁੱਖ ਕਿਉਂ ਰੱਬ ਨੇ ਬਿਠਾਏ ਨੇ, ਮੈਂ ਪੁੱਛਾਂ ਤੇ ਫਿਰ ਉਹ ਗੱਲ ਤੇ ਫਕੀਰ ਨੂੰ ਯਾਦ ਆਈ ਵੀ ਇਹਦਾ ਚਲੋ ਜਵਾਬ ਹੀ ਦੇ ਦਿੱਤੀ ਅੱਜ ਵੀ ਰੱਬ ਨੇ ਦੁੱਖ ਕਿਉਂ ਬਣਾਏ। ਉਹ ਰਾਜੇ ਨੂੰ ਉਹ ਫਕੀਰ ਕਹਿੰਦੇ ਵੀ ਕੋਈ ਦੋ ਚਾਰ ਗੋਰਾ ਹੈ ਤੇਰੀ ਜੇਬ ਵਿੱਚ। ਉਹ ਰਾਜਾ ਚਲੋ ਡਰ ਕੋਈ ਮੰਗਣ ਵਾਲਾ ਹੁੰਦਾ, ਗੋਰਾ ਨੂੰ ਦਿੰਦੇ ਹਨ। ਕਹਿੰਦਾ ਜੀ ਹੈ ਕਿਆ? ਰਾਜਾ ਕਹਿੰਦਾ ਜੀ ਦਿਓ। ਫਿਰ ਫਕੀਰ ਕਹਿੰਦਾ ਉਹਨੇ ਮੋਹਰਾ ਮੰਗ ਗਿਆ, ਥੱਲੇ ਦਾ ਇੱਕ ਮਜ਼ਦੂਰ ਰੋੜੀ ਕੁੱਟ ਰਿਹਾ ਲੱਗੇ ਹੋਏ ਨਾ, ਉਹ 300 ਰੁਪਈਆ ਵਿਚਾਰੇ ਨੂੰ ਦਿਹਾੜੀ ਪੈਂਦੀ ਜਿਹੜੇ ਰੋੜੀ ਕੁੱਟਦੇ ਆ। ਉਹ ਨਾ ਇਹ ਰੋੜੀ ਕੁੱਟ ਰਹੇ, ਉਹਨੇ ਪਤਾ ਕੀ ਕੀਤਾ, ਫਕੀਰ ਨੇ ਇੱਕ ਨਾ ਮੋਹਰ ਜਿਹੜੀ ਉੱਪਰੋਂ ਨਾ ਉਹਨੇ ਉਹ ਬੰਦੇ ਦੇ ਉੱਪਰ ਸੁੱਟੀ, ਜਿਹੜਾ ਥੱਲੇ ਰੋੜੀ ਕੁੱਟ ਰਿਹਾ। ਜਦੋਂ ਉਹਦੇ ਹੱਥਾਂ ਦੇ ਸਾਹਮਣੇ ਆ ਕੇ ਅੱਖਾਂ ਨੇ ਉਹ ਮੋਹਰ ਡਿੱਗੀ ਕਿ ਉਹਨੇ ਮਾੜਾ ਜਿਹਾ ਪਾਸੇ ਅਸੀਂ ਦੇਖਿਆ, ਚੁੱਕ ਕੇ ਜੇਬ ਵਿੱਚ ਪਾ ਲਈ। ਹੁਣ ਰਾਜਾ ਤੇ ਫਕੀਰ ਵੇਖਦੇ, ਉਹ 5 ਮਿੰਟ ਲੰਘੇ, ਉਹਨੇ ਦੂਸਰੀ ਮੋਹਰ ਵੀ ਸੁੱਟ ਦਿੱਤੀ। ਉਹ ਫਿਰ ਉਹਨੇ ਚੁੱਕ ਕੇ ਉਸੇ ਤਰ੍ਹਾਂ ਹੀ ਜੇਬ ਵਿੱਚ ਪਾਣੀ, ਫਿਰ ਰੋੜੀ ਕੁੱਟਣ ਲੱਗ ਪਿਆ। ਕਿਸੇ ਨੂੰ ਪਤਾ ਨਾ ਲੱਗਦਾ ਕਿਵੇਂ ਵੀ। ਤੀਸਰੀ ਫਿਰ ਮੋਹਰ ਸੁੱਟੀ, ਫਿਰ ਉਹਨੇ ਉਸ ਤਰ੍ਹਾਂ ਕੀਤਾ।
ਹੁਣ ਚੌਥੀ ਵਾਲੀ ਮੋਹਰ ਨਹੀਂ ਸੁੱਟੀ ਹੈ। ਚੌਥੀ ਵਾਲੀ ਇੱਕ ਰੋੜਾ ਫੜਿਆ ਹੱਥ 'ਚ, ਉੱਪਰੋਂ ਉਹਦੇ ਮਾਰਿਆ ਰੋੜਾ ਕੇ ਮੋਹਰ ਮਾਰਦਾ ਸੀ ਚੁੱਕ ਕੇ, ਜਦੋਂ ਰੋੜਾ ਮਾਰਿਆ, ਜਦੋਂ ਰੋੜਾ ਵੱਜਾ ਫਿਰ ਇੱਧਰ ਉੱਧਰ ਆਇਆ, ਝਾਕਦਾ ਉੱਪਰ ਨੂੰ ਵੇਖਦਾ ਵੀ ਰੋੜਾ ਕਿੱਥੋਂ ਆਇਆ। ਤੇ ਜਦੋਂ ਰਾਜੇ ਦੇ ਫਕੀਰ ਵੱਲ ਨਿਗਾਹ ਪਈ ਤੇ ਉਹ ਫਕੀਰ ਹੱਸ ਕੇ ਕਹਿੰਦਾ ਤੈਨੂੰ ਪਤਾ ਲੱਗ ਗਿਆ ਰੱਬ ਨੂੰ ਹੁਕਮ ਦਿੰਦਾ ਹੈ। ਕਹਿੰਦਾ ਜੀ ਮੈਨੂੰ ਤਾਂ ਸਮਝ ਕੋਈ ਨਹੀਂ ਆਈ, ਤੁਸੀਂ ਮੋਹਰਾ ਸੁੱਟਿਆ, ਉਹਨੇ ਜੇਲ੍ਹ ਤੇ ਰੋੜਾ ਸੁੱਟਿਆ। ਕਹਿੰਦਾ ਕਿ ਮੋਹਰਾ ਸੁੱਟੀਆਂ ਉਹਨੇ ਮੇਰੇ ਵੱਲ ਕਿਉਂ ਨਹੀਂ ਵੇਖਿਆ, ਤੁਹਾਡੇ ਵੱਲ ਨਹੀਂ ਵੇਖਿਆ, ਤੁਸੀਂ ਰਾਜੇ ਹੋ। ਪੱਥਰ ਡਿੱਗਿਆ ਤੇ ਉਹਨੇ ਉੱਪਰ ਨੂੰ ਵੇਖਿਆ। ਮਹਾਰਾਜ ਉਹ ਰਾਜਾ ਕਹਿੰਦਾ ਰੱਬ ਵੀ ਇਸ ਤਰ੍ਹਾਂ ਨਾ ਮੋਹਰਾ ਦਿੰਦਾ ਕੋਈ ਨਹੀਂ, ਜੇ ਰੱਬ ਨੂੰ ਯਾਦ ਕਰਦੇ ਜਦੋਂ ਪੱਥਰ ਮਾਰਦਾ ਨਾ ਨਿਗਾਹ ਫੇਰ ਹੀ ਇਹਦੇ ਵੀ ਰਾਜੇ ਆ ਜਾਂਦੀ, ਰੱਬ ਵੱਲ ਨਿਗਾਹ ਉਹੀ ਰਹਿੰਦੀ ਬੰਦੇ ਦੀ ਜਦੋਂ ਪੱਥਰ ਮਾਰਦਾ। ਤੇ ਇਹ ਵੀ ਹੁਣ ਮਤ ਸੋਚ ਲੈਣਾ ਵੀ ਰੱਬ ਕਿਸੇ ਨੂੰ ਦੁੱਖ ਦਿੰਦਾ ਹੈ। ਦੁੱਖ ਸਾਡੇ ਅਸਲ ਦੇ ਅੰਦਰ ਨਾ ਸਾਨੂੰ ਉਹ ਚੀਜ਼ ਪ੍ਰਾਪਤ ਹੋਣੀ ਜਿਹੜੀ ਤੁਸੀਂ ਕਿਸੇ ਨੂੰ ਦਿਓਗੇ। ਇਹ ਕੁਦਰਤੀ ਰੱਬ ਦਾ ਰੁਝਾਨ ਹੈ, ਕੁਦਰਤ ਦਾ ਰੁਝਾਨ ਹੈ। ਤੁਸੀਂ ਜਿਹੜੀ ਚੀਜ਼ ਛੱਡੋਗੇ ਉਹ ਤੁਹਾਡੇ ਕੋਲ ਜ਼ਿਆਦਾ ਆਏਗੀ। ਤੁਸੀਂ ਕਿਸੇ ਨੂੰ ਕੀ ਦਿੰਦੇ ਹੋ ਤੁਹਾਨੂੰ ਉਹੀ ਪ੍ਰਾਪਤ ਹੋਣਾ ਹੈ। ਤੁਸੀਂ ਕਿਸੇ ਨੂੰ ਕੀ ਦੇ ਰਹੇ ਹੋ, ਕੀ ਸੁੱਖ ਦੇ ਰਹੇ ਹੋ ਕਿਸੇ ਨੂੰ, ਤੁਹਾਨੂੰ ਸੁੱਖ ਮਿਲੇਗਾ। ਜੇ ਦੁੱਖ ਦੇ ਰਹੇ ਹੋ ਤੁਹਾਨੂੰ ਸੁੱਖ ਨਹੀਂ ਮਿਲੇਗਾ। ਕਿਸੇ ਨੂੰ ਦੁੱਖ ਦੇ ਰਹੇ ਹੋ ਤੁਹਾਨੂੰ ਸੁੱਖ। ਧਰਤੀ 'ਚ ਬੀਜ ਪਾਉਣੇ ਆ, ਇੱਕ ਬੀਜ ਧਰਤੀ 'ਚ ਪਾਇਆ, ਇੱਕ ਕਣਕ ਦੇ ਸਿੱਟੇ ਨੂੰ 18, 20, 22 ਦਾਣੇ ਲੱਗਦੇ ਆ। ਇੱਕ ਬੀਜ ਛੱਡਿਆ 18, 20 ਗੁਣਾ ਸਾਨੂੰ ਪ੍ਰਾਪਤ ਹੋਇਆ। ਇੱਕ ਕਿਸੇ ਨੂੰ ਸੁੱਖ ਦਿਓ ਤੁਹਾਨੂੰ 20 ਸੁੱਖ ਪ੍ਰਾਪਤ ਹੋਣਗੇ। ਜੇ ਕਿਸੇ ਨੂੰ ਸੁੱਖ ਨਹੀਂ ਦਿੰਦੇ ਤੁਹਾਡੇ ਜੀਵਨ 'ਚ ਸੁੱਖ ਜੋ ਛੱਡੋਗੇ ਤੁਹਾਨੂੰ ਮਿਲਣਾ ਹੋਊਗਾ। ਮਰਦ ਕਹਿੰਦੇ ਦੁੱਖ ਸੁੱਖ ਸੁਰਤ ਕਰਕੇ। ਗੁਰੂ ਸਾਹਿਬਾਨ ਦਾ ਜੀਵਨ ਹੈ ਸਾਡੇ ਕੋਲ। ਗੁਰੂ ਨਾਨਕ ਸਾਹਿਬ ਮਹਾਰਾਜ ਜੇ ਇੱਕ ਕੋੜੀ ਨੂੰ ਬੁੱਕਲ 'ਚ ਲੈ ਕੇ ਬੈਠਦੇ ਮਾਰੇ ਵੀ ਅਵਸਥਾ ਨਹੀਂ ਬਦਲਦੀ, ਜੇ ਬਾਬਰ ਸਾਹਮਣੇ ਬੈਠਦੇ ਮਾਰੇ ਵੀ ਅਵਸਥਾ ਨਹੀਂ ਬਦਲਦੀ। ਇੱਕ ਅਵਸਥਾ ਹੈ ਦੁੱਖ ਸੁੱਖ ਸਾਡੀ ਅੰਦਰ ਦੀ ਅਵਸਥਾ ਕਰਕੇ। ਅੱਜ ਹੁਕਮਨਾਮਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹੀ ਬਖਸ਼ਿਆ, ਜੋ ਨਾਮ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਆਪ ਭੈ ਨਹੀਂ ਜਾਗੇ, ਕੰਚਨ ਮਾਟੇ ਮਨ। ਇਹ ਅਵਸਥਾ ਕਦੋਂ ਬਣੇਗੀ? ਇਹ ਅਵਸਥਾ ਬਣੇਗੀ ਜਿੱਦਾਂ ਰੱਬ ਦੀ ਰਜ਼ਾ ਜਾਵੇ, ਨਹੀਂ ਤੇ ਨਹੀਂ ਅਵਸਥਾ। ਜੇ ਰਜ਼ਾ ਨਹੀਂ ਹੈ ਫਿਰ ਦੁੱਖ ਸੁੱਖ ਜੀਵਨ 'ਚ ਹੈ। ਜੇ ਮੰਨ ਲਈਏ ਅਸੀਂ ਵੀ ਆਹ ਦੁੱਖ ਆਇਆ ਹੁਣ ਤਾਂ ਸਮਝ ਲੈ ਮੇਰਾ ਬੀਜ ਪਾਇਆ ਸੀ, ਤੇ ਫਿਰ ਕੱਲ ਫਿਰ ਦੇ ਰੱਬ ਦਾ ਵੀ ਤੇ ਦੋਸ਼ ਨਹੀਂ ਦਿੰਦਾ। ਔਰ ਦੁੱਖ ਸੁੱਖ ਜੀਵਨ 'ਚ ਹਨ ਰਹਿਣਗੇ। ਹੁਣ ਸਾਰੇ ਗੁਰੂ ਸਾਹਿਬਾਨ ਦਾ ਪ੍ਰੈਕਟੀਕਲ ਜੀਵਨ ਹੈ। ਚਲੋ ਗੁਰੂ ਨਾਨਕ ਸਾਹਿਬ ਜੀ ਦੀ ਆਪਾਂ ਨੇ ਗੱਲ ਕੀਤੀ, ਅੱਗੇ ਚਲੇ ਜਾਓ ਗੁਰੂ ਅਰਜਨ ਸਾਹਿਬ ਜੀ। ਜੇ ਹਰਿਮੰਦਰ ਸਾਹਿਬ ਬੈਠਦੇ ਨੇ, ਚੌਰ ਸਾਹਿਬ ਉੱਪਰ ਝੁੱਲਦਾ, ਸੇਵਾਦਾਰ ਤਾਬਿਆਂ 'ਚ ਖੜੇ, ਸੋਨੇ ਦਾ ਚੌਰ ਸਾਹਿਬ, ਸੋਨੇ ਦਾ ਸਿੰਘਾਸਨ ਹੈ। ਮਹਾਰਾਜ ਦੀ ਅਵਸਥਾ ਉਹੋ ਜਿਹੀ ਜਿੱਦਣ ਮਹਾਰਾਜ ਨੂੰ ਤਵੀ ਤੇ ਬਿਠਾ ਦਿੱਤਾ ਗਿਆ। ਅੱਜ ਚੌਰ ਸਾਹਿਬ ਨਹੀਂ, ਅੱਜ ਕੜਛਾ ਉੱਪਰ ਰੇਤਾਂ ਦਾ, ਥੱਲੇ ਅੱਗ ਦੀਆਂ ਲਾਟਾਂ। ਮਹਾਰਾਜ ਦੀ ਫਿਰ ਵੀ ਅਵਸਥਾ ਉਹ ਹੈ। ਉਹ ਸਿੰਘਾਸਨ ਤੇ ਬੈਠੇ ਵੀ ਉਸ ਅਵਸਥਾ 'ਚ, ਸਭ ਤੋਂ ਲੋਹ ਤੇ ਬੈਠੇ ਵੀ ਉਸ ਅਵਸਥਾ 'ਚ। ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਦਾ। ਜਪਜੀ ਸਾਹਿਬ 'ਚ ਮਹਾਰਾਜ ਜੀ ਦਾ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਰਾਏ ਬਲਾਰ ਦੇ ਘਰੇ ਜਾਂਦੇ ਨੇ, 36 ਤਰ੍ਹਾਂ ਦਾ ਭੋਜਨ ਰਾਏ ਬਲਾਰ ਛਕਾਉਂਦੇ ਗੁਰੂ ਨਾਨਕ ਸਾਹਿਬ ਨੂੰ। ਤੇ ਜੇ ਗੁਰੂ ਨਾਨਕ ਸਾਹਿਬ ਜੀ ਦਾਦੂ ਦੇ ਘਰੇ ਜਾਂਦੇ ਨੇ, ਉਹ ਬਹਿਆ ਪ੍ਰਸ਼ਾਦਾ ਛਕ ਕੇ ਉਸੇ ਨਾਮ ਦੇ ਅੰਦਰ ਹੈ। ਸਾਡੀ ਅਵਸਥਾ ਬਦਲਦੀ ਹੈ। ਅਸੀਂ ਤੇ ਦਾਦੇ ਵੀ ਕਿਸੇ ਦੇ ਕਦੇ ਖਾ ਲਿਆ, ਹੁਣ ਤੇ ਪਹਿਲਾਂ ਹੀ ਫੋਨ ਕਰ ਦਿੰਦੇ ਕੀ ਖਵਾਓਗੇ, ਕੀ ਬਣਾਓਗੇ। ਮਰਦ ਕਹਿੰਦੇ ਜਿਹੋ ਜਿਹੇ ਹਾਲਾਤ ਨੇ ਆਪਣੇ ਆਪ ਨੂੰ ਉਹੋ ਜਿਹਾ ਢਾਲੋ। ਇਹੀ ਤੇ ਰਜ਼ਾ ਹੈ, ਇਹੀ ਤੇ ਸੁੱਖ ਹੈ। ਅਸੀਂ ਘਰੇ ਰਹਿੰਦੇ, ਏਸੀ ਰੂਮ ਵਿੱਚ ਰਹਿੰਦੇ, ਗੁਰਦੁਆਰੇ ਗਏ ਹਰਿਮੰਦਰ ਸਾਹਿਬ ਤੇ ਕਲਪ ਕੇ ਸਾਨੂੰ ਏਸੀ ਕਮਰਾ ਜ਼ਰੂਰ ਚਾਹੀਦਾ ਹੈ। ਅਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ। ਜਿੰਨਾ ਚਿਰ ਆਪਣੇ ਆਪ ਨੂੰ ਬਦਲਣਾ ਨਹੀਂ ਚਾਹਾਂਗੇ ਉਹਨਾਂ ਚਿਰ ਸੁਖੀ ਨਹੀਂ ਹੋਣਾ ਹੈ। ਰੱਬ ਦੀ ਰਜ਼ਾ 'ਚ ਹੋਰ ਅਨੇਕਾਂ ਵਚਨ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਗੁਰੂ ਨਾਨਕ ਸਾਹਿਬ ਨੇ ਜਿੱਥੇ ਜਪਜੀ ਸਾਹਿਬ 'ਚ ਕਿਹਾ ਕੇਤਿਆ ਦੁਖ ਸਾਧ ਮਾਰ, ਇਹ ਭੇਦ ਦਾਤ ਤੇਰੀ ਦਾਤ ਦੁੱਖ। ਇਹ ਕਿਤੇ ਦਾਤਾਂ ਵੜਦਾ ਫਿਰ ਤੇ ਕੋਈ ਦੁੱਖ ਹੀ ਨਹੀਂ ਜੀਵਨ 'ਚ। ਕਲਪ ਦੇ ਖੁਸ਼ ਅਸੀਂ ਕਦੋਂ ਹੁੰਦੇ ਆ? ਕੁਝ ਪ੍ਰਾਪਤ ਹੋ ਗਿਆ। ਦੁਖੀ ਕਦੋਂ ਹੁੰਦੇ? ਕੁਝ ਖੁੱਸ ਗਿਆ। ਮਹਾਰਾਜ ਕਹਿੰਦੇ ਜੇ ਅਵਸਥਾ ਇਹ ਦਾਤਾ ਹੀ ਸਮਝ ਲਿਆ ਫਿਰ ਤੇ ਦੁੱਖ ਵੀ ਨਹੀਂ ਰਹੇਗਾ। ਕੇਤਿਆ ਦੁਖ
ਭੂਖ ਸਾਧ ਮਾਰ ਇਹ ਭੇਦ ਦਾਤ ਤੇਰੀ, ਨਿਤਾਰੇ ਤੇ ਤੇਰੀਆਂ ਦਾਤਾਂ ਹੈ। ਦੁੱਖ ਸੁੱਖ ਦਾਤ ਰੂਪ ਚ ਬਣਦੇ, ਫਿਰ ਕੋਈ ਦੁੱਖ ਨਹੀਂ ਜੀਵਨ ਚ। ਜੇ ਕਿਤੇ ਵਸਤਰ ਨੂੰ ਰਾਮਦਾਸ ਮਹਾਰਾਜ ਕਹਿੰਦੇ ਬਣਦੇ ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਅਸੀਂ ਦੁੱਖ ਵੀ ਤੁਝੇ ਧਿਆਈ ਕਰ ਲੈਂਦੇ, ਸੁੱਖ ਵੀ ਅਰਾਧੀ ਨਹੀਂ ਕਰਦੇ। ਸੁੱਖ ਚ ਕੋਈ ਨਹੀਂ। ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਡੇ ਕੋਲ ਰੱਬ ਨੂੰ, ਅਸੀਂ ਵਿਚਰਦੇ ਹੀ ਉਹਨੇ ਖੁਸ਼ੀ ਦੇ ਭੋਗ ਨਹੀਂ ਜੇ ਪੈਂਦੇ ਜਿੰਨੇ ਅੰਤਰ ਪਰਦਾਸਾਂ ਦੇ ਪੈਂਦੇ। ਅੰਤਰ ਪਰਦਾਸਾਂ ਦੇ ਸਾਰੇ ਪ੍ਰਕਾਸ਼ ਕਰਾ ਲੈਂਦੇ, ਕਿਸੇ ਨੇ ਬਿਠਾਇਆ ਵੈਸੇ ਗੁਰੂ ਸਾਹਿਬ ਨੂੰ ਕਰੇ। ਉਹ ਇੱਕ ਮਜਬੂਰੀ ਹੈ ਜੇ ਗੁਰੂ ਸਾਹਿਬ ਨੂੰ ਆਸਰਾ ਲੈ ਕੇ ਜੇ ਕੋਈ ਸਰੀਰ ਟੁੱਟ ਗਿਆ ਤੇ ਖੁਸ਼ੀ ਨਾਲ ਅਸੀਂ ਕਿੰਨਾ ਗੁਰੂ ਸਾਹਿਬ ਦੇ ਚਰਨ ਪਰਸਦੇ ਹਾਂ ਜੀ। ਸੁੱਖ ਵੇਲੇ ਕੋਈ ਨਹੀਂ ਸਾਨੂੰ ਰੱਬ ਦੇ ਗੁਰੂ ਸਾਹਿਬ ਦੀ ਯਾਦ, ਦੁੱਖ ਵੇਲੇ ਤੇ ਫਿਰ ਸਾਨੂੰ ਆਸਰਾ ਲੈਣਾ ਪੈਂਦਾ ਨਾ ਵੀ ਇਹਦੇ ਤੋਂ ਬਗੈਰ ਬਾਂਹ ਵੀ ਕਿਸੇ ਨੂੰ ਪਕੜਨੀ ਹੈ। ਰਿਸ਼ਤੇਦਾਰ ਤੇ ਆਉਣਗੇ, ਉਹ ਬੜਾ ਜਿਹਾ ਬੋਲਣਗੇ ਬੜਾ ਮਾੜਾ ਹੈ, ਇਹਨਾਂ ਨੂੰ ਕਹਿ ਕੇ ਪੁੱਛ ਜਾਣਗੇ, ਉਹਨਾਂ ਨੇ ਦੁੱਖ ਨਹੀਂ ਬਣਾਉਣਾ, ਦੁੱਖ ਤੇ ਬਾਬੂ ਨੇ ਬਣਾਉਣਾ ਹੈ। ਬੈਠਣਾ ਤੇ ਨਹੀਂ ਭਾਵੇਂ 15 ਦਿਨ ਘਰੇ ਬਿਠਾ ਲਓ, 20 ਦਿਨ ਬਿਠਾਓ, ਸਾਲ ਹੀ ਰੱਖ ਲਓ, ਸਦਾ ਵਾਸਤੇ ਆਪਣੇ ਘਰੇ ਪ੍ਰਕਾਸ਼ ਕਰ ਲਓ, ਛੱਡ ਕੇ ਨਾ ਕਹੇਗਾ ਤੁਹਾਨੂੰ। ਰਿਸ਼ਤੇਦਾਰ ਤੇ ਕਹਿਣਗੇ ਜਿਹੜਾ ਉਸ ਸੰਸਕਾਰ ਤੇ ਆ ਜਾਂਦਾ, ਉਹ ਕਹਿੰਦਾ ਜੀ ਫੁੱਲਾਂ ਦੇ ਟਾਈਮ ਨਹੀਂ ਹੈ, ਜਿਹੜਾ ਫੁੱਲਾਂ ਤੇ ਆ ਗਿਆ ਕਹਿੰਦਾ ਭੋਗ ਤੇ ਸਾਰੀ ਆਣਾ। ਇਹ ਤੇ ਬਾਪੂ ਨੇ ਜਿਹੜਾ ਸਾਡੇ ਨਾਲ ਰਹਿੰਦਾ, ਉਹ ਜੋ ਮੇਰੇ ਸਾਹ ਦੀ ਸਦਾ ਹੈ ਨਾਲੇ। ਜੇ ਗੁਰੂ ਸਾਹਿਬ ਜੀ ਨਾਲ ਨੇ ਤਾਂ ਦੁੱਖ ਸੁੱਖ ਫਿਰ ਵੀ ਦਾਤ ਮੰਨਦੇ ਆ। ਮਾਰੇ ਨੇ ਅਨੇਕਾਂ ਬਚਨ ਸਾਨੂੰ ਬਖਸ਼ਿਸ਼ ਕੀਤੇ ਹੈ। ਸੁੱਖ ਮੰਗਤ ਦੁੱਖ ਆਗਲ ਹੋਏ, ਕਹਿੰਦੇ ਸੁੱਖ ਮੰਗਦੇ ਦੁੱਖ ਅੱਗੇ ਖੜਾ ਹੁੰਦਾ ਹੈ। ਮੰਗਿਆ ਕਿਸੇ ਸੁੱਖ, ਦੁੱਖ ਵੀ ਆਇਆ, ਕਿਉਂਕਿ ਦੁੱਖ ਅਸੀਂ ਬੀਜ ਪਾਇਆ ਸੀ, ਫਲ ਤੋਂ ਫਿਰ ਮਿਲਣਾ ਹੀ ਕਿਸੇ ਰੂਪ ਵਿੱਚ। ਸੇਵਾ ਸੁਰਤ ਏਕ ਲਿਵ ਲਾਏ, ਉਦਨ ਦਾਤ ਬਣਨੀ, ਜਦੋਂ ਸੇਵਾ ਸੁਰਤ ਏਕ ਲਿਵ ਲਾਇਆ ਨੇ ਬਖਸ਼ਿਸ਼ ਬਣੇਗੀ। ਨਹੀਂ ਤੇ ਸੁੱਖ ਮੰਗ ਦੁੱਖ ਆਗਲ ਹੋਏ, ਸਗਲ ਮੁਕਾਦੀ ਹਾਰ ਹੋਏ, ਸਾਰਿਆਂ ਦੇ ਗਲਾਂ ਚ ਮੁਕਾਦਾਂ ਦਾ ਹਾਰ ਹੋਇਆ ਹੋਇਆ। ਫਿਰ ਸੁੱਖ ਕਿੱਥੋਂ ਹੋਣਗੇ? ਗੁਣ ਚੰਗੇ ਨਹੀਂ ਹੈ ਤੇ ਫਿਰ ਸੁੱਖ ਵੀ ਨਹੀਂ ਜੀਵਨ ਦੇ ਅੰਦਰ। ਮਰ ਕਹਿੰਦੇ ਜੇ ਗੁਣ ਚੰਗੇ ਸੁੱਖ ਦੇ ਤਾਂ ਹੀ ਪ੍ਰਾਪਤ ਹੋਣਗੇ। ਸਤਿਗੁਰਾਂ ਨੇ ਅਨੇਕਾਂ ਥਾਵਾਂ ਤੋਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਬੰਦਿਆਂ ਨੂੰ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ, ਵੈਸੇ ਨਹੀਂ ਹੈ। ਜਾਂ ਮਹਾਰਾਜ ਨੇ ਇੱਕ ਹੋਰ ਉਦਾਹਰਨ ਦਿੱਤੀ ਹੈ, ਸੁਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਗ ਜਗ ਕੀ। ਸੁਖ ਬਾਦ ਨਾ ਥਾਂ ਥਾਂ ਤੇ ਬੰਦਾ ਭਟਕਦਾ, ਇੱਧਰੋਂ ਛਿੰਦ ਮਿਲੇਗਾ, ਇੱਧਰੋਂ ਉੱਧਰੋਂ ਤੇ ਦੁੱਖ ਹੀ ਮਿਲਦੇ। ਜਦੋਂ ਸੁੱਖ ਮਿਲਣਾ ਸੀ ਉੱਥੇ ਜੁੜਿਆ ਹੀ ਨਹੀਂ। ਸੁੱਖ ਕਿੱਥੋਂ ਮਿਲਣਾ ਸੀ? ਪ੍ਰਭ ਕੀ ਸਰਬ ਸਗਲ ਭੈ ਲਾਥੇ, ਦੁੱਖ ਮਿਲਸੇ ਸੁੱਖ ਪਾਇਆ। ਤੇ ਜਦੋਂ ਸੁੱਖ ਮਿਲਣਾ ਸੀ ਉਹਦੇ ਨਾਲ ਤੇ ਜੁੜਿਆ ਨਹੀਂ। ਸੇਵ ਕਰਤ ਜਦ ਜਾਣ ਕੇ ਮੁਰਦਿਆਂ ਦੀ ਪੂਜਾ ਤੇ ਲੱਗ ਗਿਆ। ਬੜੀਆਂ ਕਬਰਾਂ ਦੀ ਲੋਕਤਾ ਦੀ ਪੂਜਾ। ਉਹ ਮਰਿਆ ਬੰਦਾ ਕਿਸੇ ਨੂੰ ਕੀ ਸੁੱਖ ਦੇ ਸਕਦਾ ਦੱਸੋ? ਜਦੋਂ ਮਿਲਣਾ ਸੀ ਉਹਦੇ ਨਾਲ ਜੁੜੇ ਹੀ ਨਹੀਂ ਹੈ। ਮਹਾਰਾਜ ਕਹਿੰਦੇ ਹੈ, ਤੂੰ ਤੇ ਦੁਆਰੇ ਦੁਆਰ ਸੁਆਣ ਜੋ ਡੋਲਤ, ਦੁਆਰੇ ਦੁਆਰੇ ਡੋਲਦਾ ਫਿਰਦਾ, ਸੁੱਖ ਭਾਲਦਾ ਫਿਰਦਾ, ਦੁਖੀ ਫਿਰ ਵੀ ਹੈ। ਮਹਾਰਾਜ ਕਹਿੰਦੇ ਨਹੀਂ ਸੁਧ ਰਾਮ ਭਜਨ ਕੀ, ਰਾਮ ਭਜਨ ਕੀ ਤੈਨੂੰ ਸੁਧ ਨਹੀਂ ਹੈ। ਦੁਆਰੇ ਦੁਆਰ ਡੋਲਦਾ ਫਿਰਦਾ ਹੈ, ਸੁੱਖ ਮੰਗਣਾ ਚਾਹੁੰਦਾ, ਮਿਲਦਾ ਤੇ ਦੁੱਖ ਹੀ ਹੈ। ਇੱਕ ਅਵਸਥਾ ਬਣਾਉਣੀ ਹੈ ਗੁਰੂ ਸਾਹਿਬ ਜੀ ਨੇ, ਉਹ ਬਾਣੀ ਪੜਿਆ ਸਾਨੂੰ ਅਵਸਥਾ ਬਣਨੀ ਹੈ। ਸਿਮਰਨ ਕੀਤੀ ਅਵਸਥਾ ਬਣਨੀ, ਕਦੇ ਵੀ ਨਹੀਂ ਬਣੇਗੀ ਉਸ ਤਰ੍ਹਾਂ ਦੇ। ਉਹ ਜਬ ਕਛ ਪਾਵੇ ਤਾਂ ਗਰਭ ਕਰਤੇ ਹੈ, ਮਾਇਆ ਗਈ ਤਾਂ ਰੋਣ ਲੱਗਦਾ ਹੈ, ਫਿਰ ਤੇ ਜੀਵਨ ਇਤਨਾ ਹੀ ਲੱਗਦਾ। ਕੁਝ ਮਿਲ ਗਿਆ ਤੇ ਸੋ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਕਿਹਾ, ਜੋ ਸੁਖੀ ਹੋਣਾ ਚਾਹੁੰਦਾ ਗਾਵੀਏ ਸੁਣੀਏ ਮਨ ਰੱਖੀਏ, ਭਾਉ ਦੁੱਖ ਪਰ ਹੱਥ ਸੁਖ ਘਰ ਲੈ। ਤਾਂ ਇਹੋ ਜਿਹਾ ਦਰ ਤੁਹਾਨੂੰ ਨਹੀਂ ਜਦੋਂ ਮਿਲੇਗਾ ਕਿਤੇ ਗੁਰੂ ਨਾਨਕ ਸਾਹਿਬ ਦੇ ਦਰ ਵਰਗਾ। ਮਰਦ ਕਹਿੰਦੇ ਐਂ ਕਰ, ਤੂੰ ਪੰਡਾ ਨਾ ਦੁੱਖਾਂ ਦੀਆਂ ਭਰ ਕੇ ਮੇਰੇ ਕੋਲ ਲਿਆ, ਉਹ ਰੱਖ ਜਾ ਤੇ ਇੱਥੋਂ ਸੁੱਖਾਂ ਦੀਆਂ ਪੰਡਾ ਚੁੱਕ ਕੇ ਲੈ ਜਾ। ਇਹੋ ਜਿਹਾ ਦਰ ਘਰ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ। ਸਾਡੀ ਟੈਨਸ਼ਨ, ਸਾਡੇ ਦੁੱਖ ਗੁਰੂ ਸਾਹਿਬ ਆਪਣੇ ਸਿਰ ਤੇ ਢਾਉਂਦੇ ਹੈ। ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਸਾਨੂੰ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੰਘ ਸਭੈ ਕਰਤਾਰਾ। ਕਿਹੜਾ ਪਰਿਵਾਰ ਸੇਵਕ ਸਿੰਘ ਸਭੈ ਕਰਤਾਰਾ? ਤੇ ਮਹਾਰਾਜ ਆਪਣੇ ਪਰਿਵਾਰ ਤੇ ਕਿੰਨੇ ਕੁ ਦੁੱਖ ਆਏ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜ਼ਿਕਰ ਬਹੁਤ ਵਧੀਆ ਸੀ ਸਰਵ ਕੀਤਾ ਹੈ। ਮਹਾਰਾਜ ਪੁੱਤਰਾਂ ਨੂੰ ਸ਼ਹੀਦ ਹੋਣ ਵਾਸਤੇ ਤੋਰਦੇ ਆ, ਲਾਸ਼ਾਂ ਤੇ ਕਫਨ ਨਹੀਂ ਪਾਉਂਦੇ ਆ, ਕੋਲ ਖੜ ਕੇ ਕਹਿੰਦੇ ਦਇਆ ਸੈਨਾ ਦਾ ਬੋਹ ਨਾ ਮੈਨੂੰ
ਉਦੈ ਸਿੰਘ ਕਹਿੰਦੇ ਮਹਾਰਾਜ ਮੋਹ ਕਰੋ, ਮਹਾਰਾਜ ਕਹਿੰਦੇ ਨਾ ਵਸਾ ਇਹਨਾਂ ਦੇ ਮੋਹ ਚ ਮੈਨੂੰ। ਕੋਈ ਰਾਹੀ ਪ੍ਰੀਤ ਦੀਆਂ ਮੰਜ਼ਲਾਂ ਦਾ ਐਦਾਂ ਮੰਜ਼ਲ ਮੁਕਾਮ ਦਾ ਦੇਖਿਆ ਨਾ, ਹੰਸਾਂ ਜਿਹੇ ਪਿਆਰਿਆਂ ਪੁੱਤਰਾਂ ਨੂੰ ਮੂੰਹ ਮੌਤ ਦੇ ਪਾਪ ਦਾ ਵੇਖਿਆ ਨਾ, ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲੁਟਾਉਣ ਦਾ ਵੇਖਿਆ ਨਾ। ਹੀਰੇ ਲਾਲ ਇਕੱਠੇ ਕਰਨ ਵਾਲੇ ਤਾਂ ਬਹੁਤ ਮਿਲਣਗੇ, ਹੀਰੇ ਲਾਲ ਲੁਟਾਉਣ ਵਾਲਾ ਤੁਹਾਨੂੰ ਵਿਦੋਰੇ ਚ ਮਿਲੇਗਾ। ਉਹਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਹੀਰੇ ਲਾਲ ਲੁਟਾਉਣ ਦਾ ਦੇਖਿਆ ਨਾ, ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਉਣ ਦਾ ਵੇਖਿਆ ਨਾ। ਕੋਈ ਤੁਹਾਨੂੰ ਸੰਸਾਰ 'ਚ ਦੂਸਰਾ ਰਹਿਬਰ ਮਿਲੇਗਾ ਜਿਹੜਾ ਆਪਣੇ ਪੁੱਤ ਦੀਆਂ ਲਾਸ਼ਾਂ ਸੁੱਜੀਆਂ ਛੱਡ ਦੇ ਤੇ ਮੁਖ ਤੋਂ ਗਾਵੇ ਵੀ ਸੁਖੀ ਬਸੈ ਪੂਰੋ ਪਰਿਵਾਰਾ ਸੇਵਕ ਸੇਕ ਸਭੈ ਕਰਤਾਰਾ। ਅਸੀਂ ਸਾਰੇ ਚਾਹੁੰਦੇ ਹਾਂ ਰਹਿਬਰ ਵੀ ਤੁਸੀਂ ਵੇਖ ਲਓ ਜਿਹੜੇ ਆਏ ਆ, ਉਹ ਤੇ ਥੋੜਾ ਜਿਹਾ ਬਨਵਾਸ ਦੂਰ ਰਹਿਣ ਦੀ, ਉਹ ਬਨਵਾਸ ਹੋਇਆ ਤੇ ਉਹ ਛਾਲ ਮਾਰ ਕੇ ਚੜਾਈ ਕਰਕੇ ਕਹਿੰਦੇ ਨਹੀਂ ਪੁੱਤਰਾਂ ਦੇ ਦੁੱਖ ਨਹੀਂ ਚੱਲੇ ਜਾਂਦੇ। ਉਹ ਬਾਪੂ ਕਹਿੰਦਾ ਚਾਰਾਂ ਦਾ ਕੋਈ ਦੁੱਖ ਨਹੀਂ, ਹਜ਼ਾਰਾਂ ਨੂੰ ਬਚਾ ਲਿਆ, ਮੈਨੂੰ ਬੜੀ ਖੁਸ਼ੀ ਹੈ। ਮੇਰੇ ਚਾਰ ਚਲੇ ਗਏ, ਉਹਦਾ ਦੁੱਖ ਨਹੀਂ ਬਣਾਇਆ ਸਤਿਗੁਰਾਂ ਨੇ, ਮੈਂ ਇਹਨਾਂ ਨੂੰ ਬਚਾ ਲਿਆ, ਇਹਨਾਂ ਨੂੰ ਬਚਾਉਣ ਦੀ ਮੈਨੂੰ ਬੜੀ ਖੁਸ਼ੀ ਹੈ। ਉਹਦੀ ਖੁਸ਼ੀ ਬਣਾਈ ਹੈ ਮਹਾਰਾਜ। ਸਤਿਗੁਰੂ ਕਹਿੰਦੇ ਹੈ ਕਿ ਤੈਨੂੰ ਸੁੱਖ ਮਿਲਣਗੇ, ਇੱਕ ਅਵਸਥਾ ਬਣਾਉਣੀ। ਉਹ ਅਵਸਥਾ ਗੁਰੂ ਸਾਹਿਬ ਨੇ ਮਿਲਿਆ, ਉਹ ਅਵਸਥਾ ਸ਼ਬਦ ਬਣਾਏਗਾ। ਸੁਖਮਨੀ ਸਾਹਿਬ ਦੀ ਬਾਣੀ ਚ ਬਹੁਤ ਵਾਰੀ ਬਚਨ ਸਾਧੇ ਕਿ ਜਿਉਂ ਮੰਦਰ ਕੋ ਥਾਮੈ ਥੰਮਣ ਤਿਉ ਗੁਰ ਕਾ ਸ਼ਬਦ ਬਣੈ। ਅਸੀਂ ਤਾਂ ਕਈ ਵਾਰੀ ਨਾ ਬੰਦਾ ਡੋਲ ਜਾਂਦਾ, ਕੋਈ ਦੁੱਖ ਬਣਿਆ, ਕੋਈ ਪ੍ਰੋਬਲਮ, ਉਹ ਫਿਰ ਨਾ ਕੋਈ ਸ਼ਬਦ ਆਸਰਾ ਦਿੰਦੇ, ਨਹੀਂ ਹੋਏ ਇਹਦੀ ਰਜ਼ਾ ਹੈ, ਰੱਬ ਦੀ ਰਜ਼ਾ ਹੈ, ਨਹੀਂ ਰੋਣਾ ਨਹੀਂ ਤੇ ਰਹਿ ਕੇ ਬਣਦਾ ਕਿ ਉਹਦਾ ਹੁਕਮ ਹੈ। ਉਹ ਫਿਰ ਸ਼ਬਦ ਗੁਰੂ ਸਾਹਿਬ ਦਾ ਕੋਈ ਸ਼ਬਦ ਸਾਹਮਣੇ ਆਉਂਦਾ, ਫਿਰ ਉਹ ਸ਼ਬਦ ਧਰਵਾਸ ਦਿੰਦਾ। ਜਿਵੇਂ ਛੱਤ ਡਿੱਗ ਰਹੀ ਹੁੰਦੀ ਹੈ, ਸਤੀਰ ਲਿਫ ਜਾਂਦੇ, ਉਹਦੇ ਥੱਲੇ ਸਪੋਰਟ ਲਾ ਦਿਓ, ਉਹ ਕਾਫੀ ਸਮਾਂ ਛੱਤ ਟਿਕੀ ਨਹੀਂ ਪਈ ਹੈ। ਇਸ ਤਰ੍ਹਾਂ ਸ਼ਬਦ ਦੀ ਸਪੋਰਟ ਜਦੋਂ ਮਨ ਨੂੰ ਸੁਰਤ ਨੂੰ ਲੱਗਦੀ ਹੈ ਨਾ, ਫਿਰ ਉਹ ਡੋਲਦੀ ਨਹੀਂ ਹੈ। ਡਿੱਗੇ ਨਾ ਡੋਲਦਾ, ਦ੍ਰਿੜ ਕਰ ਸੁਰਤ ਨਹੀਂ ਡੋਲਦੀ। ਇਹੀ ਤੇ ਸੁੱਖ ਹੈ। ਸਾਡਾ ਜੀਵਨ ਲੰਘਦਾ, ਕੁਝ ਮਿਲ ਗਿਆ ਤੇ ਹੱਸ ਪਏ, ਕੁਝ ਖੁੱਸ ਗਿਆ ਤੇ ਰੋ ਪਏ, ਕੇ ਅੰਦਰ ਵੜ ਕੇ ਰੋਂਦੇ, ਆਹ ਕੀ ਹੋ ਗਿਆ, ਆਹ ਕੀ ਹੋ ਗਿਆ। ਉਹ ਫਿਰ ਇਸ ਤਰ੍ਹਾਂ ਬਣਿਆ ਹੀ ਰਹਿੰਦਾ ਸਾਰਾ ਜੀਵਨ। ਇਹ ਅਵਸਥਾ ਬਣਾਉਣੀ ਪੈਂਦੀ ਹੈ। ਉਹ ਅਵਸਥਾ ਰੱਬ ਨੂੰ ਜਪਿਆ ਕਰਦੀ ਹੈ, ਉਹ ਗੁਰੂ ਸਾਹਿਬ ਜੀ ਦੀ ਕਿਰਪਾ ਵਰਤਦੀ ਹੈ। ਮਰਦ ਕਹਿੰਦੇ ਉਸ ਅਵਸਥਾ 'ਚ ਹੀ ਆਨੰਦ ਹੈ, ਉਸ ਅਵਸਥਾ 'ਚ ਹੀ ਸੁੱਖ ਹੈ। ਅਸੀਂ ਸੁੱਖ ਮੰਗਦੇ ਹਾਂ, ਫਿਰ ਦੁੱਖਾਂ ਦਾ ਸੁੱਖ ਮੰਗ ਦੁੱਖ ਆ ਗਏ ਸੋ ਸੁੱਖ ਹਮੋ ਨਾ ਮੰਗਿਆ ਭਾਵੈ। ਹੁਣ ਮੰਨ ਲਓ ਅਸੀਂ ਗੁਰੂ ਸਾਹਿਬ ਜੀ ਕੋਲ ਆਇਆ, ਪਰ ਉਹ ਵੀ ਪਿਆਰ ਗਿਆ, ਮਹਾਰਾਜ ਮੈਨੂੰ ਸੁਣੀ, ਮੈਂ ਬੜਾ ਦੁਖੀ ਹੈ। ਮਹਾਰਾਜ ਕਹਿਣਗੇ ਕਿ ਮੈਂ ਤੈਨੂੰ ਸੁੱਖ ਦੇ ਦਿਆ, ਤੂੰ ਤੇ ਕਿਸੇ ਨੂੰ ਸੁੱਖ ਦਿੱਤਾ ਹੀ ਨਹੀਂ ਹੈ। ਤੂੰ ਇਹਨਾਂ ਦਾ ਹੱਕਦਾਰ ਹੀ ਨਹੀਂ ਸੁੱਖਾਂ ਦਾ। ਇਹੋ ਜਿਹਾ ਵੀ ਆਪਣਾ ਜੀਵਨ ਦਾ ਬਣਾ ਲਈਏ, ਬੈਠੋ ਵੀ ਜਵਾਬ ਮਿਲ ਜੇ ਵੀ ਕਿਵੇਂ ਤੈਨੂੰ ਸੁਖੀ ਕਰਦੇ ਹਾਂ ਜੀ। ਤੂੰ ਕਿਸੇ ਨੂੰ ਸੁਖੀ ਕੀਤਾ, ਕਿਸੇ ਰੋਂਦੇ ਨੂੰ ਕਦੇ ਹਸਾਇਆ ਹੀ, ਕਿਸੇ ਭੁੱਖੇ ਨੂੰ ਕਦੇ ਖਵਾਇਆ ਹੀ, ਕੀਤਾ ਹੀ ਕਿਸੇ ਦਾ ਭਲਾ। ਉਹ ਮੁਹਾਵਰਾ ਸੀ ਪੜ੍ਹਿਆ ਬਚਪਨ ਚ, ਕਰ ਭਲਾ ਹੋ ਭਲਾ ਅੰਤ ਭਲੇ ਹੋਣਾ। ਤੇਰਾ ਭਲਾ ਇਸੇ ਚ ਭਲਾ ਕਰ ਪਹਿਲਾਂ। ਮਹਾਰਾਜ ਨੇ ਸਾਨੂੰ ਸਿਖਾਇਆ ਹੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ ਮੰਗਣਾ ਸ਼ੁਰੂ ਕਰੀਏ, ਸਾਡਾ ਭਲਾ ਹੋਣਾ ਸ਼ੁਰੂ ਹੋ ਜਾਂਦਾ। ਮਹਾਰਾਜ ਨੇ ਅੱਜ ਕਿਹਾ ਵੀ ਯਤਨ ਬਹੁਤ ਸੁੱਖ ਕੇ ਕੀਏ, ਸੁੱਖ ਦੇ ਬਹੁਤ ਹੀ ਯਤਨ ਕਰਦੇ ਆ। ਦੁੱਖ ਕੋ ਕੀਓ ਨਾ ਕੋਈ, ਕਿਸੇ ਨੇ ਕੋਈ ਦੁੱਖ ਆ ਜੇ ਕੋਈ ਯਤਨ ਕੀਤਾ ਹੈ। ਦੱਸ ਨੇ ਇੱਕ ਘਟਨਾ ਫਿਰ ਮੈਂ ਕੋਈ ਚੇਤੇ ਕਰਾ ਦਿਆਂ, ਬਹੁਤ ਪਹਿਲਾਂ ਸੁਣਾਈ ਸੀ। ਅੰਮ੍ਰਿਤਸਰ ਸਾਹਿਬ ਦੀ ਘਟਨਾ ਕਿ ਨਾ ਗੁਰੂ ਆਇਆ, ਉਹ ਹਿੰਦੂ ਧਰਮ ਦੀ ਪ੍ਰਚਾਰਕ ਹੈਗੀ, ਅੰਮ੍ਰਿਤਸਰ ਦੀ ਹੈ। ਉਹਨੇ ਕੋਈ ਹਿਮਾਚਲ 'ਚ ਮੇਰੇ ਖਿਆਲ ਡੇਰਾ ਖੋਲ੍ਹਿਆ। ਤੁਸੀਂ YouTube 'ਤੇ ਭਰੋਗੇ ਨਾ ਗੁਰੂ ਮਾਂ, ਉਹਦੇ ਜਪਜੀ ਸਾਹਿਬ ਦੇ ਅਰਥ ਹੁੰਦੇ ਆ, ਜਪਜੀ ਸਾਹਿਬ ਦੇ ਅਰਥ ਕੀਤੇ। ਉਹਦੇ 'ਚ ਇੱਕ ਘਟਨਾ ਕਹੀ, ਅੰਮ੍ਰਿਤਸਰ ਦੀ ਇੱਕ ਪਰਿਵਾਰ ਸੀ, ਉਹਨਾਂ ਦੇ ਕਦੇ ਬੱਚਾ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹਨਾਂ ਦੇ ਕਦੇ 9-10 ਸਾਲ ਵਿਆਹ ਨੂੰ ਵੀ ਬੜੇ ਗੁਰਸਿੱਖ ਉਹ ਰੋਜ਼ ਹੁਕਮਨਾਮਾ ਸਾਹਿਬ ਲੈ ਕੇ ਉਹਨਾਂ ਨੇ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਹੁਕਮਨਾਮਾ ਸਾਹਿਬ ਲੈ ਕੇ ਉਹਨਾਂ ਦੇ ਜਲ ਪਾਣੀ ਛਕਣਾ ਦੀ ਨਿਤਨੇਮ ਕਰਕੇ ਤੇ ਸਹਿਜ ਪਾਠ ਚੱਲਦਾ ਹੀ ਰਹਿੰਦਾ ਸੀ। ਦੋਵੇਂ ਜੀ ਬਾਣੀ ਪੜ੍ਹਦੇ ਹਨ। 9-10 ਸਾਲ ਉਹਨਾਂ ਦੇ ਵਿਆਹ ਨੂੰ ਹੋਏ ਤੇ ਸਿੰਘਣੀ ਇੱਕ ਦਿਨ ਬਾਣੀ ਪੜ੍ਹਦੀ ਹੈ ਤੇ ਕੁਝ ਪੰਕਤੀਆਂ ਐਸੀਆਂ ਸਾਹਮਣੇ ਆਈਆਂ, ਜਦੋਂ ਅਸੀਂ ਸਹਿਜ ਪਾਠ ਕਰਦੇ ਹਾਂ ਨਾ
ਬਹੁਤ ਕੁਝ ਸਾਨੂੰ ਮਿਲਦਾ। ਚਲੋ ਜਿਹੜੇ ਅਸੀਂ ਬੋਲਣ ਵਾਲੇ ਸਾਨੂੰ ਤੇ ਇੱਕ ਸਾਈਡ ਪੜ੍ਹ ਤੋਂ ਬਹੁਤ ਖਜ਼ਾਨਾ ਮਿਲ ਜਾਂਦਾ। ਜਿਹੜੀਆਂ ਪੰਕਤੀਆਂ ਨਹੀਂ ਕਿਤੇ ਅਸੀਂ ਪੜ੍ਹੀਆਂ ਅੱਖਾਂ ਦੇ ਸਾਹਮਣੇ, ਫਿਰ ਉਹ ਲਿਖ ਲਈਦੀਆਂ, ਉਹ ਯਾਦ ਕਰ ਲਈਦੀਆਂ, ਫਿਰ ਕਿਤੇ ਕਥਾ ਚੁੱਕਦਾ। ਸਾਨੂੰ ਤੇ ਬਹੁਤ ਕੁਝ ਮਿਲਦਾ ਜੇ ਅਸੀਂ ਇੱਕ ਸਾਈਡ ਪੜ੍ਹ ਕਰਦੇ। ਇਹ ਹੀਰੇ ਰਤਨ ਜਵਾਹਰ ਮਾਨਕ ਹੈ, ਉਹ ਫਿਰ ਜੇਬ 'ਚ ਪਾ ਲਈਦੇ ਨੇ ਜਦੋਂ ਕਿਤੇ ਮਿਲਦੇ ਆ। ਉਹ ਕੁਝ ਪੰਕਤੀਆਂ ਸਾਡੇ ਸਾਹਮਣੇ ਆਉਂਦੀਆਂ ਵੀ ਜਿਹੜੀਆਂ ਅਸੀਂ ਚਲੋ ਕਈ ਵਾਰੀ ਨਹੀਂ ਸਾਡੇ ਧਿਆਨ 'ਚ ਆਉਂਦੀਆਂ, ਜਦੋਂ ਸਹਿਜ ਪਾਠ ਕਰਦੇ ਫਿਰ ਸਾਰੀਆਂ ਪੰਕਤੀਆਂ ਸਾਹਮਣੇ ਆ ਜਾਂਦੀਆਂ। ਉਹ ਪੰਕਤੀਆਂ ਆ ਗਈਆਂ ਜੀ, ਮਾਣ ਮਾਗੂ ਤਾਣ ਮਾਗੂ ਧਾਨ ਲਗਦੀ ਸੁਰਤ ਦੇ ਜਾਂ ਕੋਈ ਪੁੱਤ ਸਿੱਖ ਸੇਵਾ ਕਰੇ ਸਭ ਗੁਰੂ ਕੀ ਤੇ ਸਕਾਰ ਦੇ ਸਭ ਸਵਾਰੇ ਜੋ ਇੱਛੇ ਸੋ ਫਲ ਪਾਏ ਸੀ ਕੋਟ ਧਨ ਲਗਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਜਦ ਗੋਰੀ ਸੇਤੀ ਟੁੱਟੈ ਪਤਾਲ ਟੁੱਟੀ ਗੰਢ ਪਵੇ ਸੰਸਾਰ ਕੋ ਸਿਗੜੀ ਨੇ ਆਏ ਹੋਏ ਸ਼ਾਮ ਨੂੰ ਸੇਵ ਤੋਂ ਪੁੱਛ ਲਿਆ ਜੀ ਨਾ ਪੰਕਤੀਆਂ ਦੇ ਅਰਥ ਦੱਸੋ। ਉਹ ਅਰਥ ਜਾਣਦਾ ਸੀ ਸੇਵ ਕਰੋ। ਉਹ ਕਹਿੰਦਾ ਜੀ ਗੁਰੂ ਸਾਹਿਬ ਜੀ ਦੀ ਕੋਈ ਪੁੱਤ ਬਣ ਕੇ ਸੇਵਾ ਕਰੇ ਨਾ ਜੋ ਮੰਗੇ ਮਿਲ ਜਾਂਦਾ ਹੈ। ਤੂੰ ਸਿਗੜੀ ਕਹਿੰਦੀ ਫਿਰ ਸਿੱਖਾ 10 ਸਾਲ ਸਾਡੇ ਵਿਆਹ ਹੋ ਗਏ, ਕਦੇ ਕੋਈ ਧੀ ਪੁੱਤ ਨਹੀਂ ਹੈ ਵੀ ਆਪਾਂ ਅਰਦਾਸ ਕਰ ਸਕਦੇ, ਬੇਨਤੀ ਕਰ ਸਕਦੇ। ਸਾਡੇ ਗੁਰੂ ਸਾਹਿਬ ਜੀ ਨੇ ਮੰਗਣਾ ਸੀ ਇੱਥੋਂ ਹੀ ਹੈ। ਉਹਨਾਂ ਅਰਦਾਸ ਕੀਤੀ, ਕਹਿੰਦਾ ਜੀ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਿਓ। ਸਿੱਖਣੀ ਨੂੰ ਕਹਿੰਦਾ ਤੇ ਆਪਾਂ ਅਰਦਾਸ ਕਰਾਂਗੇ। ਜੇ ਮਿਲ ਗਿਆ ਹੁਕਮਨਾਮੇ 'ਚ ਮਹਾਰਾਜ ਨੇ ਦੱਸ ਦੇਣਾ, ਦੱਸਦਾ ਹੈ ਗੁਰੂ ਸਾਹਿਬ ਜੀ ਦੱਸਦੇ ਹੈ। ਜਿਹਦੇ ਮਹਾਰਾਜ ਨੇ ਹੋਇਆ ਸਾਡੇ ਕਰਮਾਂ 'ਚ ਦੱਸ ਦੇਣਾ ਹੁਕਮਨਾਮੇ ਦੇ ਰਾਹੀਂ, ਜੇ ਨਾਮ ਹੀ ਹੋਇਆ ਨਾ ਫਿਰ ਵੀ ਰੱਬ ਦੀ ਰਜ਼ਾ ਵੀ ਰਹਿਣਾ ਪਾ। ਇੱਕ ਇਹ ਅਵਸਥਾ ਹੈ ਨਾ ਇੱਕ ਵੀ ਤੁਸੀਂ ਅਰਦਾਸ ਕਰਕੇ ਗਏ, ਜੇ ਉਹਨੇ ਪੂਰੀ ਕਰਤੀ ਤਾਂ ਵੀ ਉਹਦੇ ਨਾਲ ਰਾਜੀ, ਜੇ ਨਹੀਂ ਹੋਈ ਤਾਂ ਵੀ ਪੜਾਈ ਹੈ। ਇਹ ਸਾਰਿਆਂ ਦੇ ਅੰਦਰ ਨੇ। ਕਈ ਤੇ ਇੱਥੇ ਆ ਕੇ ਕਹਿੰਦੇ ਬਾਬਾ ਜੀ 5 ਅਰਦਾਸਾਂ ਕਰਾ ਲਈਆਂ, ਉਹ ਗੱਲ ਤੇ ਬਣੀ ਨਹੀਂ। ਨਾਰਾਜ਼ਗੀ ਵੀ ਹੋ ਜਾਂਦੀ। ਮਾਫ ਕਰਨਾ, ਮੈਂ ਕੀਰਤਨ ਕਰਨ ਵਾਲੇ ਅੱਜ ਘਰੇ ਬੈਠੇ ਗੁਰਦੁਆਰੇ ਮੱਥਾ ਟੇਕਣ ਦੇ ਉਹਦਾ ਤੁਹਾਨੂੰ ਖਾ ਲੈਣਾ। ਕਿਸੇ ਸਾਹਿਬ ਮਹਾਰਾਜ ਦੀ ਕਾਬਿਆ 'ਚ ਕੀਰਤਨ ਕਰਨ ਵਾਲੇ ਅੱਜ ਗੁਰਦੁਆਰੇ ਮੱਥਾ ਟੇਕਣ ਵੀ ਬੈਠੇ ਆ। ਨਾਰਾਜ਼ਗੀ ਇਹਦੇ ਨਾਲ ਦੀ ਨਾਰਾਜ਼ਗੀ ਚੱਲਦੀ। ਇਹ ਤੇ ਦਇਆ ਬਾਣੀ ਹੈ। ਉਹ ਕਹਿੰਦੇ ਸਾਡੇ ਕਰਮਾਂ ਦੀ ਖੇਡ ਹੁੰਦੀ ਹੈ। ਕਹਿੰਦਾ ਜੀ ਜੇ ਮਿਲ ਗਿਆ। ਉਹਨੇ ਫਿਰ ਇੱਕ ਗੱਲ ਵੀ ਚੇਤੇ ਕਰਾਈ, ਉਹਨੇ ਸਿੰਘ ਨੇ, ਕਹਿੰਦਾ ਬੇਬੇ ਨਾਨਕੀ ਦੇ ਨਾਲ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਜੀ ਪਿਆਰ ਕਰਦੇ ਹਨ। ਇਹ ਆਪਾਂ ਨੂੰ ਪਤਾ, ਇਤਿਹਾਸ ਵਿੱਚ ਪੜ੍ਹਿਆ। ਔਰ ਬੇਬੇ ਨਾਨਕੀ ਵੀ ਸਭ ਤੋਂ ਵੱਧ ਪਿਆਰ ਗੁਰੂ ਨਾਨਕ ਸਾਹਿਬ ਨਾਲ ਕਰਦੇ ਹਨ। ਤੇ ਸਿੰਘ ਕਹਿੰਦਾ ਬੇਬੇ ਨਾਨਕੀ ਦਾ ਆਪਣਾ ਕੋਈ ਬੱਚਾ ਨਹੀਂ ਸੀ, ਨਾ ਧੀ ਨਾ ਪੁੱਤ, ਤੇ ਮੰਗਿਆ ਵੀ ਨਹੀਂ ਕਦੇ ਬੇਬੇ ਨਾਨਕੀ ਦਾ। ਕਦੇ ਤੁਹਾਨੂੰ ਇਤਿਹਾਸ 'ਚ ਨਹੀਂ ਮਿਲਿਆ ਕਿ ਉਹਨਾਂ ਗੁਰੂ ਸਾਹਿਬ ਨੂੰ ਕਿਹਾ ਹੋਵੇ ਸਤਿਗੁਰੂ ਜੀ ਲੋਕਾਂ ਦੀਆਂ ਅਰਦਾਸਾਂ ਸੁਣਦੇ ਹੋ, ਮਿਲ ਜਾਂਦਾ ਜੋ ਤੁਹਾਡੇ ਤੋਂ ਕੋਈ ਮੰਗਦਾ, ਮੈਨੂੰ ਕਿਉਂ ਨਹੀਂ। ਉਹ ਬੇਬੇ ਨਾਨਕੀ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਸਨ। ਜੇ ਹੋਇਆ ਰੱਬ ਨੇ ਦੇ ਦੇਣਾ, ਨਾ ਹੋਇਆ ਰੱਬ ਦੀ ਰਜ਼ਾ 'ਚ ਰਾਜੀ। ਕਈ ਕਹਿੰਦੇ ਧੀਆਂ ਪੁੱਤਰਾਂ ਕਰਕੇ ਨਾਂ ਲੈਂਦਾ ਬੇਬੇ ਨਾਨਕੀ ਦਾ ਕੋਈ ਧੀ ਪੁੱਤ ਨਹੀਂ ਸੀ, ਨਾਂ ਨਹੀਂ ਲੈਂਦੇ ਆਪਾਂ ਬੇਬੇ ਨਾਨਕੀ ਦਾ। ਜਿੱਥੇ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਜਾਂਦਾ ਹੈ, ਸਭ ਤੋਂ ਪਹਿਲੀ ਸਿੱਖ ਹੀ ਬੇਬੇ ਨਾਨਕੀ ਹੈ ਗੁਰੂ ਨਾਨਕ ਸਾਹਿਬ ਜੀ ਦੀ। ਉਹਨਾਂ ਦੇ ਕਦੇ ਕੋਈ ਔਲਾਦ ਨਹੀਂ। ਭਾਈਆ ਜੈ ਰਾਮ ਗੁਰੂ ਨਾਨਕ ਸਾਹਿਬ ਜੀ ਦੇ ਸੁਲਤਾਨਪੁਰ ਦੀ ਉਹਨਾਂ ਦਾ ਘਰ ਵੀ ਅਜੇ ਹੈਗਾ। ਬੇਬੇ ਨਾਨਕੀ ਦਾ ਕਿਤੇ ਦਰਸ਼ਨ ਕਰਿਓ, ਸੁਲਤਾਨਪੁਰ ਜਾਓਗੇ, ਉੱਥੇ ਖੜ੍ਹ ਕੇ ਮਹਿਸੂਸ ਕਰਿਓ ਬੇਬੇ ਨਾਨਕੀ ਕਿੰਨਾ ਸਬਰ ਸਿਦਕ ਸੀ ਤੇਰੇ ਅੰਦਰ। ਕਦੇ ਬਾਬਾ ਨਾਨਕ ਕਿੰਨਾ ਤੈਨੂੰ ਪਿਆਰ ਕਰਦਾ, ਕਦੇ ਤੂੰ ਮੰਗਿਆ ਹੀ ਨਹੀਂਗਾ। ਇਸ ਤਰ੍ਹਾਂ ਹੀ ਜੀਵਨ, ਇਹ ਰੱਬ ਦੀ ਰਜ਼ਾ ਸੀ। ਇਹ ਸਾਨੂੰ ਨਾ ਕਿਤੇ ਉਹ ਇਤਿਹਾਸ ਸਾਹਮਣੇ ਲਿਆਉਣਾ ਚਾਹੀਦਾ ਹੈ। ਉਹ ਸ਼ਬਦ ਸਾਹਮਣੇ ਜਦੋਂ ਕਿਤੇ ਸਾਡੀ ਅਵਸਥਾ ਡੋਲਣ ਲੱਗਦੀ ਨਾ, ਉਹ ਉੱਥੇ ਜਾ ਕੇ ਖਿਲਾ ਲਓ ਆਪਣੇ ਆਪ ਨੂੰ ਜਿੱਥੇ ਸਾਡੇ ਵੱਡੇ ਖੜੇ ਹਨ। ਹੁਕਮਨਾਮਾ ਲਿਆ ਜੀ, ਅਰਦਾਸ ਕਰਕੇ ਹੁਕਮਨਾਮਾ ਆ ਗਿਆ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਦਾ ਡੇਰਾ ਪੰਨਾ। ਉਹ ਬੰਨੇ ਦਾ ਅਰਥ ਕਾਨ ਸਿੰਘਾਂ ਨੇ ਪੁੱਤਰ ਵੀ ਕੀਤਾ। ਵੈਸੇ ਇਹਦਾ ਅਰਥ ਸ਼ਬਦ ਦੇ ਅਰਥ ਕਰੀਏ ਰੋਕ ਟੋਕ ਆਸਰਾ, ਸ਼ਬਦ ਦੇ ਅਰਥ ਵੀ ਕਰੀਏ। ਤੇ ਜੇ ਆਪਾਂ ਵੈਸੇ ਅਰਥ ਵਾਚੀਏ ਤੇ ਬੰਨਾ ਅਰਥ ਪੁੱਤ ਵੀ ਹੈ। ਹੁਕਮਨਾਮੇ ਦੀ ਕਥਾ ਵੀ ਉਹਨੇ ਸਿੰਘ ਦੀ ਦੋਵਾਂ ਜੀਆਂ ਗੁਰਮੁਖ ਕਰੋ ਪਿਆਰ ਅਸਲੀ ਇਹ ਹੀ ਹੈ। ਮੇਰੇ ਵਰਗਾ ਖੇਡ ਹੋਣ ਕੋ ਕਿਤੇ ਬੈਠੇ ਨੇ, ਮੈਂ ਕਥਾ ਨਹੀਂ ਕਰਨੀ, ਉਹ ਪਿਆਰ ਵੀ ਨਹੀਂ ਹੈ। ਕਿਤੇ ਦੋਵੇਂ ਜੀ ਵੀ ਬੈਠ ਕੇ ਕਥਾ ਕਰ ਲੈਣੀ ਚਾਹੀਦੀ ਹੈ। ਜੇ ਪਿਆਰ ਹੈ ਰੱਬ ਤੇ ਗੁਰੂ ਦੀ ਗੱਲ। ਮੰਨ ਲਓ ਹੁਣ ਬੱਚੇ ਕਈਆਂ ਨੇ ਬਾਹਰ ਗਏ ਨਾ, ਪਤੀ ਪਤਨੀ ਘਰੇ ਰਹਿੰਦੇ ਨੇ, ਇਸ਼ਨਾਨ ਕਰਨ ਇੱਕ ਦੂਜੇ ਨੂੰ ਕਹਿਣ ਚੰਦ ਧੋਣ ਵੇਲੇ ਕਿ ਸੁਖਮਨੀ ਸਾਹਿਬ ਦਾ ਪਾਠ ਹੀ ਕਰ ਲਈਏ। ਚਲੋ ਸਹਿਜ ਪਾਠ ਆਪਾਂ ਸ਼ੁਰੂ ਕਰੀਏ। 10 ਅੰਗ ਤੁਸੀਂ ਕਰੋ, 10 ਅੰਗ ਮੈਂ ਕਰਦਾ। ਇਹ ਸਾਨੂੰ ਹੋਣਾ ਚਾਹੀਦਾ।
ਟਾਈਮ ਹੈ ਸਾਡੇ ਕੋਲ ਬਹੁਤ, ਪੜ੍ਹ ਸਕਦੇ ਹਾਂ, ਬਾਣੀ ਪੜ੍ਹੀਏ ਵੱਧ ਤੋਂ ਵੱਧ। ਗੁਰੂ ਸਾਹਿਬ ਦਾ ਸੰਗ ਜਿੰਨਾ ਜ਼ਿਆਦਾ ਕਰਾਂਗੇ ਉਨਾ ਜ਼ਿਆਦਾ ਹੀ ਆਨੰਦ ਪ੍ਰਾਪਤ ਹੋਣਾ। ਅਵਸਥਾ ਵੀ ਫਿਰ ਬਣਨੀ, ਦੁੱਖ ਵੀ ਜੀਵਨ ਚੋਂ ਦੂਰ ਤਾਂ ਹੀ ਜਾਣੇ ਆ, ਦੁੱਖ ਸੁੱਖ ਸਭ ਵੀ ਤਾਂ ਹੀ ਹੋਣੇ ਜਦੋਂ ਅਵਸਥਾ ਬਣੇਗੀ। ਅਵਸਥਾ ਗੁਰੂ ਸਾਹਿਬ ਜੀ ਨੇ ਬਣਾਉਣੀ ਹੈ। ਥੰਬ ਦਾਸ ਦਾ ਸ਼ਬਦ ਨਹੀਂ ਦੇਣਾ ਹੈ, ਡਿੱਗਣ ਤੇ ਡੋਲਣ ਤੋਂ ਸ਼ਬਦ ਨਹੀਂ ਬਚਾਉਣਾ ਹੈ। ਉਹ ਕਹਿੰਦੇ ਹੁਣ ਜਦੋਂ ਵੀ ਮਿਲੇਗਾ ਦਏ ਪ੍ਰਵਾਨਗੀ ਮਿਲ ਗਈ ਵੀ ਆਏਗਾ, ਬੱਚਾ ਧੀ ਹੋਵੇ ਪੁੱਤ ਹੋਵੇ, ਤੇ ਉਹ ਮਿਲ ਗਿਆ ਜੀ 1.5 ਸਾਲ ਬਾਅਦ ਬੱਚਾ ਅਰਦਾਸ ਹੋ, ਬੱਚਾ 10 ਸਾਲਾਂ ਦਾ ਹੋ ਗਿਆ ਜਿਹਦੀ ਅਰਦਾਸ ਕੀਤੀ, ਬੱਚਾ ਪੈਦਾ ਹੋ ਗਿਆ 10 ਸਾਲਾਂ ਦਾ ਹੋ ਗਿਆ। ਉਹ ਬੱਚੇ ਨੂੰ ਇੱਕ ਦਿਨ ਨਾਲ ਕਰੰਟ ਲੱਗ ਜਾਂਦਾ। ਮੈਂ ਸੰਖੇਪ ਬੇਨਤੀ ਕਰਾਂ, ਸਲੋਕ ਦੀ ਵਿਚਾਰ ਕਰਨੀ, ਉਹ ਬੰਦਾ ਕਿਤੇ ਪਟਾਕੇ ਡਾਉਂਦਾ ਛੱਤ ਦੇ ਉੱਪਰ, ਕਰੰਟ ਲਾਈਟ ਲੱਗ ਜਾਂਦੀ, ਉਹ ਬੱਚੇ ਦੀ ਮੌਤ ਹੋ ਜਾਂਦੀ। ਉਹ ਸਿੰਘ ਘਰੇ ਨਹੀਂ, ਉਹ ਡਿਊਟੀ ਤੇ ਗਿਆ ਤੇ ਉਹ ਬੱਚੇ ਦੀ ਮਾਂ ਘਰੇ। ਇੱਕ ਪਰਸੋਂ ਹਾਦਸਾ ਵਾਪਰਿਆ ਬੜਾ ਵੱਡਾ ਸਾਡੇ ਪਿੰਡਾਂ ਦੇ ਕੋਲ, ਡਾਕਟਰ ਸਾਹਿਬ ਬੈਠੇ ਨੇ, ਕੋਸਾ ਦਾਲ ਸਿੰਘ ਦੇ ਨਾਲ ਪੜ੍ਹਾਣੇ ਤੇ ਇੱਕ ਪਰਿਵਾਰ ਖਤਮ ਹੋ ਗਿਆ ਜੀ। ਉਹ ਮੇਰੇ ਕੋਲ ਜਿਹੜੇ ਨੌਜਵਾਨ ਦੀ ਖਬਰ ਸੁਣ ਰਿਹਾ, ਉਹਦੀ ਉਮਰ ਮੇਰੇ ਕੋਲ ਵੀ 30 ਸਾਲ ਦੇ ਇਰਦ ਗਿਰਦ ਹੋਏਗੀ। ਇੱਕ ਉਹਦੀ ਪਤਨੀ ਤੇ ਕਿ 6 ਮਹੀਨਿਆਂ ਦਾ ਬੱਚਾ, 3 ਜੀ ਇੱਕ ਥਾਂ ਤੇ ਐਕਸੀਡੈਂਟ ਚੜਾਈ ਕਰ ਗਏ। ਸ਼ਾਇਦ ਆਪ ਜੀਆਂ ਨੇ ਖਬਰ ਸੁਣੀ ਹੋਏਗੀ। ਹੁਣ ਇਹੋ ਜਿਹੇ ਸਮੇਂ ਤੇ ਅਵਸਥਾ ਉਹਦੇ ਪਿਤਾ ਦਾ ਨਾਮ ਕਰਿਓ ਸੁੱਖਾ ਸਿੰਘ ਕਹਿ ਰਹੇ ਸਨ, ਮੰਤਰੀ ਉੱਤੇ ਪਹੁੰਚੇ, ਉਹ ਨਾਮ ਲੈ ਰਹੇ ਸਨ। ਉਹ ਜਿਹਦੇ ਇੱਕ ਬੱਚਾ, ਇੱਕ ਨੌਂ ਤੇ ਇੱਕ ਪੋਤਰਾ ਜਿਹਦਾ ਚੜਾਈ ਕਰ ਗਏ, ਉਹਦੇ ਵਾਸਤੇ ਹੁਣ ਇਹ ਅਵਸਥਾ 'ਚ ਜੇ ਗੁਰੂ ਸਾਹਿਬ ਜੀ ਹੌਸਲਾ ਨਾ ਬਖਸ਼ਿਸ਼ ਕਰਨ ਤੇ ਇਹੋ ਜਿਹੇ ਦੁੱਖ ਜਰਨੇ ਵੀ ਔਖੇ ਹੋ ਜਾਂਦੇ ਆ। ਇੱਕ ਅਵਸਥਾ ਬਣਾਉਣੀ ਪੈਂਦੀ ਹੈ। ਇਹ ਗੁਰੂ ਸਾਹਿਬ ਨੇ 4 ਪੁੱਤ ਤੋਰ ਕੇ ਸਾਨੂੰ ਸਮਝਾਇਆ ਸੀ ਅਵਸਥਾ ਬਣਾਓ, ਹੋ ਸਕਦਾ ਸਾਡੇ ਨਾਲ ਘਟਨਾ ਵਾਪਰ ਸਕਦੀ ਹੈ। ਮਹਾਰਾਜ ਨੇ ਇਹੀ ਤੇ ਸਾਨੂੰ ਜੀਵਨ ਜੋ ਕੇ ਵਿਖਾਇਆ, ਪ੍ਰੈਕਟੀਕਲ ਜੀਵਨ ਜੋ ਕੇ ਆਹੀ ਤੇ ਸਾਨੂੰ ਹੋ ਸਕਦਾ। ਭਲਿਆ ਪਤਾ ਨਹੀਂ ਕਿਹਦੇ ਨਾਲ ਕੀ ਹੋ ਜਾਣਾ। ਉਹ ਅਵਸਥਾ ਬਣਾਓ ਵੀ ਤੁਸੀਂ ਨਾ ਕਲਪਿਓ, ਤੇਰਾ ਕੀਆ ਮਿੱਠਾ ਲਾਗੇ ਵਾਲੀ ਭਾਵਨਾ ਸਾਡੀ ਅਵਸਥਾ ਹੋਣੀ ਚਾਹੀਦੀ ਹੈ। ਕੁਛ ਵੀ ਹੋ ਸਕਦਾ, ਸਾਰੇ ਬੱਚਿਆਂ ਨੇ ਦੁੱਖ ਬਹੁਤ ਵੱਡਾ ਹੈ, ਔਰ ਉਹ ਦੁੱਖ ਨੂੰ ਕੋਈ ਜਰ ਲੇ ਉਹ ਤੇ ਗੁਰੂ ਗ੍ਰੰਥ ਸਾਹਿਬ ਵੀ ਕਿਰਪਾ ਕਰਦਾ। ਦੁੱਖ ਤੇ ਬਹੁਤ ਵੱਡਾ ਹੈ। ਕਿਸੇ ਦਾ ਪੋਤੀ ਨਾ ਤੁਰਦੇ ਨਾਲ ਪੋਤਰਾ ਵੀ ਤੁਰਦੇ, ਮੈਂ ਸਮਝਦਾ ਬਹੁਤ ਪਹਾੜ ਸਿਰ ਤੇ ਡਿੱਗਣ ਵਾਲੀ ਗੱਲ ਹੈ। ਪਰ ਇਹਦੇ ਬਾਪੂ ਵੀ ਕਿਰਪਾ ਕਰੇ, ਮੇਰੇ ਕੋਲ ਬੈਠ ਗਿਆ ਕਿ ਵੀ ਉਹ ਮੇਰੇ ਵੀ ਏਡੇ ਏਡੇ ਸਨ, ਹੌਸਲਾ ਕਰਨ, ਇਹ ਜਰਨਾ ਹੀ ਪੈਣਾ, ਉਹ ਤੇ ਗੁਰੂ ਕਿਰਪਾ ਕਰੇ। ਉਹ ਕਹਿੰਦੇ ਜੀ ਉਹ ਲਾਈਟ ਲੱਗ ਗਈ ਤੇ ਮਾਂ ਭੱਜ ਕੇ ਗਈ, ਛੱਤ ਤੇ ਡਿੱਗਿਆ ਬੱਚਾ, ਭੱਜ ਕੇ ਗਈ। ਉਹਨੇ ਨਾਸਕਾ ਅੱਗੇ ਹੱਥ ਰੱਖ ਕੇ ਦਿਲ ਤੇ ਲੱਭ 'ਚ ਪਕੜ ਕੇ ਵੇਖਿਆ ਤੇ ਮਾਂ ਨੂੰ ਪਤਾ ਲੱਗ ਗਿਆ ਵੀ ਮੇਰੇ ਬੱਚੇ ਦੀ ਮੌਤ ਹੋ ਗਈ ਹੈ, ਵੀ ਸਾਹ ਨਹੀਂ ਚੱਲ ਰਿਹਾ। ਉਹ ਰੋਈ ਨਹੀਂ, ਛੱਤ ਤੇ ਚੜੀ ਰੋਂਦੇ। ਇਹ ਅਵਸਥਾ ਬਾਣੀ ਪੜ੍ਹਨ ਵਾਲਿਆਂ ਦੀ, ਉਹ ਰੋਈ ਬਾਣੀ ਪੜ੍ਹਨ ਵਾਲਿਆਂ ਦੀ ਵੀ ਨਹੀਂ, ਬਾਣੀ ਨੂੰ ਜਿਉਣ ਵਾਲਿਆਂ ਦੀ। ਬਾਣੀ ਦੇ ਪੜ੍ਹਦੇ ਤੇ ਅਸੀਂ ਵੀ ਬਹੁਤ ਹੈ। ਅਸੀਂ ਨਿੱਕੀ ਜਿਹੀ ਤੇ ਸਾਨੂੰ ਬੈਠਿਆ ਗੁਰਦੁਆਰੇ ਬੈਠਿਆ ਵੀ ਰੋਣ ਨਿਕਲਦਾ।